ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਗੁਰ ਅਮਰ ਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰ ਅਰਜਨ ਬਿਗਨਨ ਕੀ ਨਾਸਕ, ਬਿਗਨਨ ਕੀ ਨਾਸਕ। ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਗੁਰੂ ਹਰਿ ਰਾਈ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ, ਤਾਰੋ ਤਾਰਾ ਤਾਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸ਼, ਜਾਮ ਹੈ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦਾਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੱਟੀ ਕੇ ਦੋਏ ਚੌਧਰੀ, ਢਿੱਲੋਂ ਲਾਲ ਲੰਗਾਹ, ਕਰੀ ਆਨ ਕਰ ਬੰਦਨਾ, ਸ੍ਰੀ ਗੁਰ ਅਰਜਨ ਪਾਹੇ। ਪੱਟੀ ਕੇ ਦੋਏ ਚੌਧਰੀ। ਜੁਗੋ ਜੁਗ ਅਟਲ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਸਤਿਗੁਰੂ ਦੀਨ ਦੁਨੀ ਦੇ ਮਾਲਕ, ਕੋਟ ਬ੍ਰਹਮੰਡਾਂ ਦੇ ਸੁਆਮੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਸੱਜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ ਸਤ ਸੰਗਤ ਜੀਓ। ਆਪ ਜੀਆਂ ਨੇ ਹੁਣੇ ਹੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਲੜੀਵਾਰ ਚੱਲ ਰਹੀ ਗੁਰ ਇਤਿਹਾਸ ਦੀ ਕਥਾ ਵਿਚਾਰ ਦੇ ਨਾਲ ਆਪਾਂ ਜੁੜਨਾ ਕਰੀਏ। ਬੜਾ ਹੀ
ਪਵਿੱਤਰ ਪ੍ਰਸੰਗ ਜਿਹੜਾ ਹੈ ਉਹ ਅੱਜ ਆਰੰਭ ਹੋਣਾ ਹੈ। ਇਸ ਪ੍ਰਸੰਗ ਦੇ ਨਾਲ ਆਓ ਜੁੜਨਾ ਕਰੀਏ ਆਪਾਂ। ਕੁਝ ਕਹਿਣ ਤੋਂ ਪਹਿਲਾਂ ਸਾਰੀਆਂ ਸੰਗਤਾਂ ਰਲ ਮਿਲ ਕੇ ਦਾਸ ਨੂੰ ਬਖਸ਼ੋ ਅਸੀਸ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਰਹਿਮਤ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰ ਪੱਟੀ ਕੇ ਦੋਏ ਚੌਧਰੀ, ਢਿੱਲੋਂ ਲਾਲ ਲੰਗਾ ਕਰੀ ਆਨ ਕਰ ਬੰਦਨ, ਸ੍ਰੀ ਗੁਰ ਅਰਜਨ ਪਾਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੱਟੀ ਨਗਰ ਦੇ ਦੋ ਚੌਧਰੀ, ਇੱਕ ਦਾ ਨਾਮ ਆਇਆ ਢਿੱਲੋਂ ਲਾਲ ਤੇ ਦੂਜੇ ਦਾ ਨਾਮ ਆਇਆ ਲੰਗਾ। 9 ਲੱਖੀ ਪੱਟੀ ਕਿਹਾ ਜਾਂਦਾ ਸੀ। 9 ਲੱਖੀ ਇਹਦੀ ਆਮਦਨ 9 ਲੱਖ ਸੀ ਸਾਲਾਨਾ ਉਸ ਵਕਤ। 9 ਲੱਖੀ ਪੱਟੀ ਵੀ ਕਿਹਾ ਜਾਂਦਾ ਸੀ। ਉੱਥੋਂ ਦੇ ਦੋ ਚੌਧਰੀ ਇਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਹਨਾਂ ਦੇ ਕੋਲ ਆਏ। ਆ ਕੇ ਬੜੇ ਪਿਆਰ ਦੇ ਨਾਲ ਉਹਨਾਂ ਨੇ ਡੰਡੌਤ ਵੰਦਨਾ ਕੀਤੀ ਹੈ ਜੀ। ਸ਼੍ਰੀ ਅੰਮ੍ਰਿਤਸਰ ਮਹਿਮਾ ਸੁਣੀ, ਸ਼੍ਰੀ ਮੁਖ ਤੇ ਸਭ ਮਹਿ ਇਮ ਭਨੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਵਕਤ ਕਾਰ ਸੇਵਾ ਕਰਵਾ ਰਹੇ ਹਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ, ਅੰਮ੍ਰਿਤ ਸਰੋਵਰ ਦੀ, ਸੁਦਾ ਸਰ ਦੀ। ਔਰ ਮਹਿਮਾ ਉਸ ਸਰੋਵਰ ਦੀ ਬਹੁਤ ਦੂਰ ਤੱਕ ਸਿੱਖਾਂ ਨੇ ਸੁਣੀ, ਸੇਵਕਾਂ ਨੇ ਸੁਣੀ। ਸਭ ਨੂੰ ਪਤਾ ਲੱਗ ਗਿਆ ਕਿ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਪਾਵਨ ਪਵਿੱਤਰ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਹਨ। ਕਾਰ ਜਿਹੜਾ ਸ਼ਬਦ ਇਹ ਫਾਰਸੀ ਦਾ ਸ਼ਬਦ ਹੈ, ਵੈਸੇ ਕਾਰ ਸੇਵਾ ਕਰਵਾ ਰਹੇ ਹਨ। ਉਹਨਾਂ ਨੇ ਮਹਿਮਾ ਸੁਣੀ ਹੈ ਇਸ ਪਾਵਨ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੀ। ਇਹ ਦੋਨੇ ਸਿੱਖ ਆਏ ਤੇ ਗੁਰੂ ਸਾਹਿਬ ਦੇ ਕੋਲ ਆ ਕੇ ਨਮਸਕਾਰ ਕੀਤੀ ਤੇ ਮਹਾਰਾਜੀਆਂ ਨੇ ਜਿਹੜੀ ਵੀ ਸੰਗਤ ਸੱਚੇ ਪਾਤਸ਼ਾਹ ਦੇ ਕੋਲ ਆਉਂਦੀ ਹੈ ਚੱਲ ਰਹੀ ਕਾਰ ਸੇਵਾ ਦੇ ਬਾਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਹਦੀ ਮਹਿਮਾ ਨੂੰ ਬਿਆਨ ਕਰਕੇ ਸੰਗਤਾਂ ਨੂੰ ਦੱਸਦੇ ਆ। ਔਰ ਜਦੋਂ ਦੋਨੇ ਸਿੱਖ ਆਏ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਆਪਣੇ ਪਾਵਨ ਪਵਿੱਤਰ ਮੁਖਾਰਬੰਦ ਤੋਂ ਇਹਨਾਂ ਦੋਨਾਂ ਨੂੰ ਉੱਥੋਂ ਦੀ ਚੱਲ ਰਹੀ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਦੀ ਮਹਿਮਾ ਦਸਣਾ ਕੀਤੀ ਹੈ ਜੀ। ਕਾਰ ਨਿਕਾਰ ਹੈ ਹੋਏ ਉਬਾਰ, ਧਨ ਲਾਏ ਹੋਏ ਬੰਸ ਉਦਾਰ। ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ, ਉਹਨਾਂ ਦੋਨਾਂ ਸਿੱਖਾਂ ਨੂੰ ਸੰਬੋਧਨ ਹੋ ਕੇ ਕਹਿ ਰਹੇ ਮਹਾਰਾਜ, ਕਹਿਣ ਲੱਗੇ ਜਿਹੜਾ ਅੰਮ੍ਰਿਤ ਸਰੋਵਰ ਦੀ ਕਾਰ ਕਰੇਗਾ, ਸੇਵਾ ਵਿੱਚ ਲੱਗੇਗਾ, ਉਹਦਾ ਭਲਾ ਹੋਏਗਾ। ਜਿਹੜਾ ਹੱਥੀਂ ਕਾਰ ਕਰੇਗਾ, ਵੇਖੋ ਸੇਵਾ ਤਨ ਕਰਕੇ ਵੀ ਹੈ, ਮਨ ਕਰਕੇ ਵੀ ਹੈ, ਧਨ ਕਰਕੇ ਵੀ ਹੈ, ਸੁਰਤ ਕਰਕੇ ਵੀ ਸੇਵਾ ਹੈ। ਜਿਹਦੇ ਕੋਲੇ ਧਨ ਨਹੀਂ, ਜਿਹਦੇ ਕੋਲੇ ਬਲ ਵਾਲਾ ਤਨ ਨਹੀਂ, ਕਿਉਂਕਿ ਸੇਵਾ ਸਰੀਰ ਨਾਲ ਹੋਣੀ ਹੈ ਨਾ। ਜੇ ਸਰੀਰ ਵੀ ਬਲਹੀਣਾ ਹੋਵੇ, ਮਨ ਵੀ ਕਾਬੂ ਵਿੱਚ ਨਾ ਹੋਵੇ, ਤੇ ਜੇ ਉਹਦੇ ਅੰਦਰ ਚਾਹ ਹੋਵੇ ਸੇਵਾ ਕਰਨ ਦਾ, ਤੇ ਉਹ ਸੁਰਤ ਰਾਹੀਂ ਵੀ ਗੁਰੂ ਦੀ ਸੇਵਾ ਕਰ ਸਕਦਾ ਹੈ। ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੁਰਤੀ ਦਾ ਮਾਰਗ ਬਖਸ਼ਿਸ਼ ਕੀਤਾ, ਸੁਰਤ ਰਾਹੀਂ ਵੀ ਸੇਵਾ ਹੋ ਜਾਂਦੀ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਵੀ ਜਿਹੜਾ ਇਹ ਕਾਰ ਕਰੇਗਾ ਨਾ ਹੱਥੀਂ, ਉਹਦਾ ਵੀ ਭਲਾ ਹੋਏਗਾ। ਤੇ ਜਿਹੜਾ ਨਾਲ ਪੈਸੇ ਵੀ ਲਾਏਗਾ, ਧਨ ਦੁਆਰਾ ਵੀ ਸੇਵਾ ਕਰੇਗਾ, ਉਹਦਾ ਤਾਂ ਪੂਰਾ ਜਿਹੜਾ ਖਾਨਦਾਨ ਹੈ, ਕਹਿਣ ਲੱਗੇ ਉਹਦਾ ਸਾਰੇ ਦਾ ਉਧਾਰ ਹੋਵੇਗਾ ਜੇ। ਕਰਹਿ ਸੁਪਾਨ ਚਨਾਮਨ ਜੋਏ, ਆਵ ਚਲ ਨੀਮ ਤਾਹੀਂ ਕੀ ਹੋਏ। ਤੇ ਜਿਹੜਾ ਪੌੜੀਆਂ ਚ ਨਵਾਵੇਗਾ, 4 ਸਫੇਰੇ ਸਰੋਵਰ ਦੇ ਪੌੜੀਆਂ ਬੰਨੀਆਂ ਨੇ, ਕਹਿਣ ਲੱਗੇ ਜਿਹੜਾ ਇਹਨਾਂ ਪੌੜੀਆਂ ਦੀ ਸੇਵਾ ਕਰੇਗਾ ਤੇ ਉਹਦੀ ਨੀਂਹ ਉਹਦੇ ਖਾਨਦਾਨ ਦੀ ਸਦਾ ਲਈ ਪੱਕੀ ਹੋ ਜਾਏਗੀ। ਹੁਣ ਧਿਆਨ ਦੇਣਾ, ਸੇਵਾ ਥੱਲੇ ਹੋਣੀ ਹੈ, ਜ਼ਮੀਨ ਤੇ ਧਰਤੀ ਤੇ ਹੋਣੀ ਹੈ, ਔਰ ਇਹਦਾ ਫਲ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿੱਡਾ ਵੱਡਾ ਮਿਲੇਗਾ। ਧਿਆਨ ਦੇਣਾ, ਗੁਰੂ ਕੇ ਬਚਨ ਜਦੋਂ ਆਪਾਂ ਪੜ੍ਹਦੇ ਹਾਂ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਵੈਸਣ ਪਾਈਏ, ਕਹੋ ਨਾਨਕ ਬਾਹਾਂ ਲੁਡਾਈਏ। ਸੇਵਾ ਕਰਨੀ ਹੈ ਦੁਨੀਆ 'ਚ ਰਹਿ ਕੇ,
ਇਹਦਾ ਫਲ ਕਿੰਨਾ ਵੱਡਾ ਹੈ, ਦਰਗਾਹ ਵਿੱਚ ਜਾ ਕੇ ਉਹਨੂੰ ਥਾਂ ਮਿਲਦੀ ਹੈ। ਹੁਣ ਗੁਰੂ ਸਾਹਿਬ ਦਾ ਇਹ ਮੁਕਤੀ ਦਾ ਮਾਰਗ ਹੈ, ਸੇਵਾ ਇੱਥੇ ਕਰਾਉਣੀ ਹੈ, ਕਰਮ ਇੱਥੇ ਕਰਾਉਣਾ ਹੈ, ਉਹਦਾ ਭੋਗ ਜਿਹੜਾ ਹੈ ਅੱਗੇ ਵੀ ਮਿਲਦਾ ਹੈ। ਬੰਦਾ ਨਾਮ ਇੱਥੇ ਜਪਦਾ ਹੈ, ਜਦੋਂ ਸੱਚੀ ਦਰਗਾਹ 'ਚ ਜਾਂਦਾ ਹੈ ਉੱਥੇ ਉਹਦੀ ਜਗ੍ਹਾ ਬਣੀ ਹੁੰਦੀ ਹੈ, ਬੜਾ ਵੱਡਾ ਖਜ਼ਾਨਾ ਉਹਦਾ ਜਿਹੜਾ ਜਪਿਆ ਹੋਇਆ ਨਾਮ ਉਹਦਾ ਉਹਨੂੰ ਉੱਥੇ ਨਜ਼ਰ ਆਉਂਦਾ ਹੈ। ਇਹ ਮਾਰਗ ਐਸਾ ਹੈ। ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਨੇ, ਜਿਹੜਾ ਪੌੜੀਆਂ ਚਣਵਾਏਗਾ, ਕਹਿਣ ਲੱਗੇ ਉਹਦੀ ਖਾਨਦਾਨ ਦੀ ਨੀਂਹ ਸਦਾ ਲਈ, ਉਹਦੀ ਵੰਸ਼ ਦੀ ਨੀਂਹ ਸਦਾ ਲਈ ਪੱਕੀ ਹੋ ਜਾਏਗੀ ਜੀ। ਮਾਨ ਸਰੋਵਰ ਜਥਾ ਬਿਰਾਜਾ, ਹਰ ਮੰਦਰ ਵਿੱਚ ਬਨਹਿ ਜਹਾਜਾ। ਉਹ ਮਾਨ ਸਰੋਵਰ ਝੀਲ ਵਾਂਗੂ ਪੱਕਾ ਹੋ ਜਾਏਗਾ। ਉਹ ਝੀਲ ਉੱਥੇ ਹੀ ਰਹਿੰਦੀ ਹੈ, ਮਾਨ ਸਰੋਵਰ ਝੀਲ ਅੱਗੇ ਪਿੱਛੇ ਨਹੀਂ ਜਾ ਸਕਦੀ, ਉਹਦਾ ਟਿਕਾਣਾ ਪੱਕਾ ਹੀ ਹੁੰਦਾ। ਇਸੇ ਤਰ੍ਹਾਂ ਕਹਿਣ ਲੱਗੇ ਉਹ ਸਿੱਖਾਂ ਦਾ ਟਿਕਾਣਾ ਵੀ ਰੱਬ ਦੇ ਘਰ ਪੱਕਾ ਹੀ ਬਣ ਜਾਏਗਾ, ਮਾਨ ਸਰੋਵਰ ਝੀਲ ਵਾਂਗੂ, ਹਰ ਮੰਦਰ ਵਿੱਚ ਬਣੇ ਜਹਾਜਾ। ਤੇ ਜਿਹੜਾ ਇੱਥੇ ਸੇਵਾ ਕਰੇਗਾ ਨਾ ਹਰਮੰਦਰ ਵਿੱਚ, ਇਹ ਹਰਮੰਦਰ ਦੇ ਵਿੱਚ ਹੀ ਉਹਦਾ ਜਹਾਜ਼ ਜਿਹੜਾ ਬਣ ਜਾਣਾ। ਜਹਾਜ਼ ਦਾ ਕੰਮ ਹੈ ਉਰਲੇ ਕੰਢੇ ਤੋਂ ਸਵਾਰੀਆਂ ਚੁੱਕਣੀਆਂ ਤੇ ਪਰਲੇ ਕੰਢੇ ਲੈ ਜਾਣਾ। ਇੱਕ ਸਰੋਵਰ ਦਾ ਨਾਂ ਗੁਰੂ ਅਰਜਨ ਸਾਹਿਬ ਮਹਾਰਾਜਿਆਂ ਨੇ ਇਹੀ ਰੱਖਿਆ, ਉਹਦਾ ਨਾਂ ਆ ਤਰਨ ਤਾਰਨ ਸਾਹਿਬ। ਜਗਤ ਨੂੰ ਲੰਘਣ ਵਾਲਾ ਸਰੋਵਰ, ਜਗਤ ਤੋਂ ਪਾਰ ਉਤਰਨ ਵਾਲਾ ਸਰੋਵਰ, ਉਹਦਾ ਨਾਂ ਹੀ ਤਰਨ ਤਾਰਨ ਸਾਹਿਬ ਹੈ। ਜਗਤ ਨੂੰ ਤਾਰਨ ਵਾਲਾ, ਤਰਨ ਤਾਰਨ, ਪਾਰ ਲੰਘਣ ਵਾਲਾ ਸਰੋਵਰ। ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਨੇ, ਜਿਹੜਾ ਹੱਥੀਂ ਕਰੇਗਾ ਉਹਦਾ ਭਲਾ ਹੋਏਗਾ, ਕਲਿਆਣ ਹੋਏਗਾ। ਜਿਹੜਾ ਧਨ ਲਾਏਗਾ ਉਹਦੀ ਕੁੱਲ ਦਾ ਆਧਾਰ ਹੋਏਗਾ। ਜਿਹੜਾ ਪੌੜੀਆਂ ਚ ਨਵਾਵੇਗਾ, ਕਹਿਣ ਲੱਗੇ ਉਹਦੀ ਨੀਂਹ ਸਦਾ ਲਈ ਪੱਕੀ ਹੋ ਜਾਏਗੀ। ਤੇ ਹਰਮੰਦਰ ਦੇ ਵਿੱਚ ਹੀ ਕਹਿਣ ਲੱਗੇ ਉਹਦੇ ਲਈ ਭਵ ਸਾਗਰ ਨੂੰ ਪਾਰ ਹੋਣ ਵਾਲਾ ਜਹਾਜ਼ ਇੱਥੇ ਹੀ ਬਣ ਜਾਣਾ। ਤੇ ਕੋਈ ਸ਼ੱਕ ਨਹੀਂ ਗੁਰਮੁਖੋ, ਇਹ ਸਰੋਵਰ ਐਸਾ ਹੈ, ਅੰਮ੍ਰਿਤਸਰ ਸਿਫਤੀ ਦਾ ਘਰ। 5 ਅੰਮ੍ਰਿਤ ਵਾਹਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੇ ਹੋਏ ਨੇ, 5 ਅੰਮ੍ਰਿਤ। ਪਹਿਲਾ ਅੰਮ੍ਰਿਤ ਹੈ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਇਹ ਪਹਿਲਾ ਅੰਮ੍ਰਿਤ ਹੈ। ਦੂਜਾ ਅੰਮ੍ਰਿਤ ਹੈ ਕਹਿਣ ਲੱਗੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ, ਪਰਮਗਤ ਮੇਰੀ ਜਲਨ ਬੁਝੀ ਸ਼ੀਤਲ ਹੋਏ ਮਨਵਾ, ਸਤਿਗੁਰ ਕੈ ਦਰਸ਼ਨ ਪਾਏ ਜੀ। ਦੂਜਾ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ। ਤੀਜਾ ਅੰਮ੍ਰਿਤ ਹੈ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ, ਇਹ ਤੀਸਰਾ ਅੰਮ੍ਰਿਤ ਹੈ। ਤੇ ਚੌਥਾ ਅੰਮ੍ਰਿਤ ਹੈ ਖੰਡੇ ਬਾਟੇ ਦਾ ਅੰਮ੍ਰਿਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਆਨੰਦੇ। ਤੇ ਪੰਜਵਾਂ ਅੰਮ੍ਰਿਤ ਕਿਹੜਾ ਭਲਾ? ਸਾਡੀ ਅਰਦਾਸ ਵਿੱਚ ਵੀ ਇਹ ਸ਼ਬਦ ਜਿਹੜੇ ਸ਼ਾਮਲ ਸਿੱਖਾਂ ਨੇ ਕੀਤੇ ਨੇ, ਸ਼੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ, ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਪੰਜਵਾਂ ਅੰਮ੍ਰਿਤ ਵਾਹਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਜਿਹੜੇ ਸਿੱਖ ਤੇ ਬੜੀ ਵੱਡੀ ਮਹਾਨ ਕਿਰਪਾ ਹੋਵੇ, ਉਹ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਦਾ। ਅੰਮ੍ਰਿਤ ਵੇਲੇ ਤੇ ਉਦੋਂ ਅੰਮ੍ਰਿਤ ਵੀ ਝਰਦਾ ਗੁਰਮੁਖੋ। ਅੰਮ੍ਰਿਤ ਵੇਲੇ ਗੁਰਮੁਖਾਂ ਦੀ ਖੁਰਾਕ ਵੀ ਉਹਨਾਂ ਨੂੰ ਮਿਲਦੀ ਹੈ, ਜਿਹੜੀ ਕਿ ਰੂਹਾਨੀਅਤ ਮੰਡਲ ਤੋਂ ਵੀ ਡਿੱਗਦੀ ਹੈ। ਇੱਕ ਖਾਸ ਕਿਸਮ ਦੀ ਊਰਜਾ ਹੁੰਦੀ ਹੈ, ਉਹ ਆਮ ਬੰਦਾ ਉਹਨੂੰ ਸਹਿਣ ਨਹੀਂ ਕਰ ਸਕਦਾ, ਇਸ ਕਰਕੇ ਸੁਸਤੀ ਪੈਂਦੀ, ਉੱਠ ਨਹੀਂ ਸਕਦਾ। ਗੁਰਮੁਖਾਂ ਦੀ ਉਹ ਖੁਰਾਕ ਹੈ, ਉਹ ਊਰਜਾ ਡਿੱਗਦੀ ਹੈ। ਰੂਹਾਨੀਅਤ ਮੰਡਲ ਤੋਂ ਉਹਨਾਂ ਦੀ ਖੁਰਾਕ ਹੈ। ਰੱਬੀ ਪਿਆਰੇ ਖੁਸ਼ ਹੁੰਦੇ ਨੇ, ਆਮ ਬੰਦਾ ਉਹਨੂੰ ਸਹਿਣ ਨਹੀਂ ਕਰ ਸਕਦਾ, ਇਸ ਕਰਕੇ ਅੰਮ੍ਰਿਤ ਵੇਲੇ ਸੁਸਤੀ ਵੀ ਪੈਂਦੀ ਹੈ। ਅੰਮ੍ਰਿਤ ਵੇਲਾ ਜਿਹਨੂੰ ਮਾਲਕ ਬਖਸ਼ਿਸ਼ ਕਰੇ, ਫਿਰ ਉਹ ਅੰਮ੍ਰਿਤ ਨਾਮ ਜਪਦਾ। ਦੂਸਰਾ ਅੰਮ੍ਰਿਤ ਪੀਂਦਾ। ਅੰਮ੍ਰਿਤ ਇੱਕ ਵਾਰੀ ਛਕ ਲਈਏ ਤੇ ਇਹ ਨਹੀਂ ਗੱਲ ਮੁੱਕ ਗਈ, ਫਿਰ ਸੁੱਖ ਤੇ ਸਿੱਖ ਤਾਂ ਰੋਜ਼ ਹੀ ਅੰਮ੍ਰਿਤ ਪੀਂਦਾ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਦੋਂ ਸ਼ਬਦ ਜਪਦਾ, ਨਾਮ ਜਪਦਾ, ਉਹ ਵੀ ਅੰਮ੍ਰਿਤ ਰਸ ਹੀ ਆਉਂਦਾ। ਫਿਰ ਜਦੋਂ ਸਿੱਖ ਬਾਣੀ ਪੜ੍ਹਦਾ, ਤੀਜਾ ਅੰਮ੍ਰਿਤ ਦਾ ਰਸ ਪੀਂਦਾ। ਖੰਡੇ ਬਾਟੇ ਦਾ ਅੰਮ੍ਰਿਤ ਮਿਲ ਗਿਆ, ਕਿੰਨੇ ਅੰਮ੍ਰਿਤ, ਕਿੱਡੀ ਵੱਡੇ ਭਾਗ ਉਹਦੇ। ਕਈ ਵਾਰੀ ਨਾ ਖੁਦ ਸਾਨੂੰ ਨਹੀਂ ਪਤਾ ਹੁੰਦਾ, ਅਸੀਂ ਕਹਿੰਦੇ ਹਾਂ ਮਾਲਕਾ ਕਿਰਪਾ ਕਰ, ਰਹਿਮਤ ਕਰ, ਬਖਸ਼ਿਸ਼ ਕਰ। ਹਾਲਾਂਕਿ ਸਿੱਖ ਅੰਮ੍ਰਿਤ ਵੇਲੇ ਵੀ ਉੱਠਦਾ, ਬਾਣੀ ਪੜ੍ਹਦਾ, ਨਾਮ ਜਪਦਾ, ਅੰਮ੍ਰਿਤਧਾਰੀ ਵੀ ਹੈ, ਇਹ ਦਰਸ਼ਨ ਇਸ਼ਨਾਨ ਵੀ ਕਰਦਾ ਹੈ। ਪਰ ਉਹਨੂੰ ਆਪ ਨੂੰ ਖੁਦ ਨਹੀਂ ਪਤਾ ਹੁੰਦਾ ਕਿ ਮਾਲਕ ਨੇ, ਗੁਰੂ ਨਾਨਕ ਨੇ ਕਿੱਡੀ ਵੱਡੀ ਉਹਦੇ ਤੇ ਕਿਰਪਾ ਕਰਕੇ ਉਹਨੂੰ 5 ਅੰਮ੍ਰਿਤ ਬਖਸ਼ਿਸ਼ ਕੀਤੇ ਹੋਏ ਆ। ਤੇ ਬੇਨਤੀ ਪਿਆ ਕਰਦਾ ਸਾਂ, ਸਾਡੀ ਅਰਦਾਸ ਵਿੱਚ ਵੀ ਇਹ ਸ਼ਬਦ ਸ਼ਾਮਲ ਹੋਏ ਕਿ ਸਿੱਖਾਂ ਨੂੰ ਅੰਮ੍ਰਿਤਸਰ ਦੇ ਦਰਸ਼ਨ ਦਿਦਾਰੇ, ਭੁੱਖ ਮਿਟਦੀ ਹੈ ਉੱਥੇ ਜਾ ਕੇ, ਰੂਹਾਨੀਅਤ ਖੁਰਾਕ ਮਿਲਦੀ ਹੈ। ਸਤਿਗੁਰੂ ਕਿਰਪਾ ਕਰਦੇ ਨੇ, ਕਹਿਣ ਲੱਗੇ ਮਾਨ ਸਰੋਵਰ ਝੀਲ ਵਾਂਗੂ ਟਿਕ ਜਾਣਗੇ, ਇੱਕ ਥਾਂ ਤੇ ਟਿਕਾਣਾ ਬਣ ਜਾਏਗਾ ਉਹਨਾਂ ਦਾ, ਇੱਕ ਥਾਂ ਤੇ ਟਿਕਾਣਾ। ਤੇ ਅੰਮ੍ਰਿਤਸਰ ਦੇ ਵਿੱਚ ਹੀ, ਹਰਮੰਦਰ ਵਿੱਚ ਹੀ ਉਹਨਾਂ ਦਾ ਜਹਾਜ਼ ਜਿਹੜਾ ਬਣ ਜਾਏਗਾ।
ਇਸ ਤਰ੍ਹਾਂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਗਰੀਬ ਨਵਾਜ ਉਹਨਾਂ ਸਿੱਖਾਂ ਨੂੰ ਮਹਿਮਾ ਸੁਣਾ ਰਹੇ ਹਨ ਜੀ। ਸ਼ਰਧਾ ਸਹਿਤ ਕਰਹਿ ਇਸ਼ਨਾਨ ਪਾਪ ਮਿਟਹਿ ਪ੍ਰਾਪਤ ਕਲਿਆਣ। ਸਤਿਗੁਰੂ ਕਹਿ ਲੰਗੇ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਇਸ਼ਨਾਨ ਕਰੇਗਾ ਇਸ ਅੰਮ੍ਰਿਤ ਸਰੋਵਰ ਦੇ ਅੰਦਰ ਉਹਦੇ ਪਾਪ ਮਿਟ ਜਾਣਗੇ। ਗੁਰਬਾਣੀ ਸ਼ਬਦ ਅਸੀਂ ਪੜ੍ਹਦੇ ਹਾਂ, ਹਾਲਾਂਕਿ ਦੋ ਤਰੀਕੇ ਨਾਲ ਅਰਥ ਨੇ ਉਹਦੇ ਨਿਕਲਦੇ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਰਾਮਦਾਸ, ਰਾਮ ਦੇ ਜਿਹੜੇ ਦਾਸ ਹੈ ਸੰਤ ਮਹਾਂਪੁਰਸ਼ ਰੱਬੀ ਪਿਆਰੇ, ਉਹਨਾਂ ਦੀ ਸੰਗਤ ਰੂਪੀ ਸਰੋਵਰ, ਇਹਦਾ ਇਹ ਵੀ ਅਰਥ ਹੈ। ਜੇ ਬਾਹਰੀ ਤੌਰ ਤੇ ਲਈਏ ਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਤੇ ਕੋਈ ਸ਼ੱਕ ਨਹੀਂ ਜਿਹੜਾ ਭਾਵਨਾ ਦੇ ਨਾਲ ਉੱਥੇ ਇਸ਼ਨਾਨ ਕਰਦਾ ਹੈ ਉਹਦੇ ਪਾਪ ਉਤਰ ਜਾਂਦੇ ਹਨ। ਨਜ਼ਰੀਆ ਉਹਦਾ ਠੀਕ ਹੋਵੇ। ਕਿਸੇ ਵੀ ਤੀਰਥ ਸਥਾਨ ਤੇ ਜਾਣਾ ਹੋਵੇ ਗੁਰਮਖੋ, ਆਪਣਾ ਨਜ਼ਰੀਆ ਠੀਕ ਕਰਕੇ ਜਾਈਏ ਤੇ ਸਤਿਗੁਰੂ ਵੀ ਅੱਗੋਂ ਲੈਣ ਆਉਂਦੇ। ਤੁਸੀਂ ਘਰੋਂ ਆਉਂਦੇ ਹੋ ਸਾਰੇ ਗੁਰਦੁਆਰੇ, ਜੇ ਘਰ ਤੋਂ ਹੀ ਆਪਾਂ ਬਾਣੀ ਸ਼ੁਰੂ ਕਰ ਦਈਏ, ਸਿਮਰਨ ਸ਼ੁਰੂ ਕਰ ਦਈਏ, ਤੇ ਜਿੰਨੀ ਦੇਰ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਆਉਂਦੇ ਆ, ਜਿੰਨੀ ਬਾਣੀ ਪੜ੍ਹੀ ਗਈ ਉਹ ਗੁਰੂ ਦੀ ਭੇਟਾ ਵੀ ਹੋ ਜਾਂਦੀ ਹੈ। ਸਭ ਤੋਂ ਵੱਡੀ ਭੇਟਾ ਹੈ। ਫਿਰ ਆ ਕੇ ਸੰਗਤ ਵਿੱਚ ਬੈਠਣਾ ਬੜੀ ਕਮਾਲ ਦੀ ਇੱਕ ਜੁਗਤੀ ਫਾਰਮੂਲਾ ਹੈ। ਸੰਗਤ ਵਿੱਚ ਬੈਠਾ ਬੰਦਾ ਅੰਦਰ ਵਾਹਿਗੁਰੂ ਦਾ ਸਿਮਰਨ ਕਰੀ ਜਾਏ, ਕੰਨਾਂ ਦੇ ਨਾਲ ਬਾਣੀ ਸੁਣੀ ਜਾਏ, ਕੀਰਤਨ ਸੁਣੀ ਜਾਏ, ਕਥਾ ਸੁਣੀ ਜਾਏ, ਰਸ ਨਾਲ ਉਹਦਾ ਹਿਰਦਾ ਭਰ ਜਾਂਦਾ ਹੈ। ਜਦੋਂ ਗੁਰੂ ਦੁਆਰੇ ਜਾਣਾ ਹੈ, ਆਪਣੇ ਮਨ ਨੂੰ ਟਿਕਾਣੇ ਰੱਖ ਕੇ, ਅੱਖਾਂ ਦੀ ਬਿਰਤੀ ਨੂੰ ਟਿਕਾਣੇ ਰੱਖ ਕੇ ਜਦੋਂ ਆਪਾਂ ਜਾਂਦੇ ਹਾਂ ਕਿਸੇ ਤੀਰਥ ਤੇ, ਉਹਦਾ ਬਹੁਤ ਵੱਡਾ ਲਾਭ ਹੈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ 14 ਨਿਯਮ ਦੱਸੇ ਨੇ ਤੀਰਥ ਯਾਤਰਾ ਕਰਨ ਦੇ, ਉਹ ਤੁਸੀਂ ਇਤਿਹਾਸ ਵਿੱਚੋਂ ਪੜ੍ਹ ਸਕਦੇ ਹੋ। ਜੇ ਉਸ ਤਰੀਕੇ ਦੇ ਨਾਲ ਜਾ ਕੇ ਇਸ਼ਨਾਨ ਕੀਤਾ ਜਾਵੇ, ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਪਾਪ ਨਾ ਉਤਰਨ। ਮਹਾਰਾਜ ਨੇ ਕਿਰਪਾ ਕੀਤੀ, ਜਿਹੜਾ ਸ਼ਰਧਾ ਨਾਲ ਇਸ਼ਨਾਨ ਕਰੇਗਾ ਉਹਦੇ ਸਾਰੇ ਪਾਪ ਜਿਹੜੇ ਮਿਟ ਜਾਣਗੇ ਤੇ ਉਹਦੀ ਕਲਿਆਣ ਹੋਵੇਗੀ ਜੀ। ਹਰ ਮੰਦਰ ਮਹਿ ਸ਼ਬਦ ਜੋ ਸੁਣ ਹੈ, ਜਨਮ ਜਨਮ ਕੇ ਪਾਪਨ ਹਨ ਹੈ। ਸਾਰੇ ਗੁਰੂ ਕੇ ਬਚਨ ਬੜੇ ਭਾਵਪੂਰਤ ਹਨ। ਦੇਖੋ ਕਈ ਵਾਰੀ ਨਾ ਕਿਸੇ ਸਿੱਖ ਦਾ ਬੜਾ ਸੋਹਣਾ ਨਿਤਨੇਮ ਬਣ ਜਾਂਦਾ, ਬੜਾ ਸੋਹਣਾ ਸਿਮਰਨ ਬਣ ਜਾਂਦਾ, ਪਰ ਕਿਸੇ ਵਜ੍ਹਾ ਕਰਕੇ ਉਹ ਸਿਮਰਨ ਟੁੱਟ ਜਾਂਦਾ, ਨਿਤਨੇਮ ਟੁੱਟ ਜਾਂਦਾ, ਹਰਿਆ ਮਨ ਜਿਹੜਾ ਸੁੱਕ ਜਾਂਦਾ ਹੈ, ਬੰਦਾ ਪਰੇਸ਼ਾਨ ਹੋ ਜਾਂਦਾ ਵੀ ਹੁਣ ਮੈਂ ਕੀ ਕਰਾਂ। ਯਤਨ ਕਰਨ ਦੇ ਬਾਵਜੂਦ ਵੀ ਉਹ ਪਹਿਲਾਂ ਵਾਲੀ ਗੱਲ ਕਈ ਵਾਰੀ ਨਹੀਂ ਬਣਦੀ, ਉਹ ਨਿਤਨੇਮ ਨਹੀਂ ਬਣਦਾ, ਉਹ ਸਿਮਰਨ ਨਹੀਂ ਬਣਦਾ। ਹਾਲਾਂਕਿ ਕਈ ਵਾਰੀ ਸਾਡੀ ਕੋਈ ਗਲਤੀ ਹੁੰਦੀ ਹੈ। ਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਸੁੱਕੇ ਮਨ ਹਰੇ ਕਰਦਾ। ਜੇ ਕਿ ਕੋਈ ਬੰਦਾ ਇਹੋ ਜਿਹੀ ਸਿਚੁਏਸ਼ਨ ਵਿੱਚ ਆ ਜਾਵੇ, ਉਹਦਾ ਸਿਮਰਨ ਨਾ ਚੱਲੇ, ਅੰਦਰ ਉਹਨੂੰ ਇਉਂ ਲੱਗੇ ਜਿਵੇਂ ਮੇਰਾ ਸੁੱਕਦਾ ਜਾ ਰਿਹਾ ਜਾਂ ਸੁੱਕ ਗਿਆ, ਅਗਰ ਉਹ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਕੇਵਲ ਤੇ ਕੇਵਲ ਇੱਕੋ ਕੰਮ ਕਰੇ, ਗੁਰਬਾਣੀ ਦਾ ਕੀਰਤਨ ਸੁਣੇ, ਮਨ ਚਿੱਤ ਇਕਾਗਰ ਕਰਕੇ, ਗੁਰੂ ਰਾਮਦਾਸ ਮਹਾਰਾਜ ਜੀ ਦੀ ਐਸੀ ਕਿਰਪਾ ਹੁੰਦੀ ਹੈ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ, ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਮੌਲਿਓ ਮਨ ਤਨ ਹੋਇਓ ਹਰਿਆ, ਇੱਕ ਬੂੰਦ ਜਿਨ ਪਾਈ। ਤੇ ਸਤਿਗੁਰੂ ਜਦੋਂ ਇੱਕ ਬੂੰਦ ਅੰਮ੍ਰਿਤ ਦੀ ਕਿਰਪਾ ਦੀ ਬਖਸ਼ਿਸ਼ ਕਰਦੇ ਨਾ, ਉਹੋ ਹੀ ਤਨ ਤੇ ਮਨ ਹਰਿਆ ਭਰਿਆ ਹੋ ਜਾਂਦਾ। ਗੁਰੂ ਅਰਜਨ ਸਾਹਿਬ ਮਹਾਰਾਜ ਮਹਿਮਾ ਦੱਸਦੇ ਨੇ ਉਹਨਾਂ ਸਿੱਖਾਂ ਨੂੰ ਕਿ ਜਿਹੜਾ ਹਰਿਮੰਦਰ ਸਾਹਿਬ ਜਾ ਕੇ ਸ਼ਬਦ ਸੁਣਦਾ ਹੈ, ਨਾਲ ਇਸ਼ਨਾਨ ਕਰਦਾ ਹੈ, ਉਹਦੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਹਨ, ਕੋਈ ਸ਼ੱਕ ਨਹੀਂ। ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ, ਇਹ ਵੀ ਸ਼ਬਦ ਆਇਆ ਹੈ। ਤੇ ਅੱਜ ਵੀ ਸਾਡੇ ਸਾਹਮਣੇ ਬੜੀਆਂ ਉਦਾਹਰਨਾਂ ਐਸੀਆਂ ਵਾਪਰਦੀਆਂ ਨੇ ਕਿ ਇਸ਼ਨਾਨ ਕਰਨ ਦੇ ਨਾਲ, ਭਾਵੇਂ ਕਿ ਕਈ ਕਿੰਤੂ ਪਰੰਤੂ ਵੀ ਕਰਦੇ ਨੇ, ਪਰ ਨਹੀਂ ਗੁਰਮਖੋ, ਵੈਸੇ ਵੀ ਪਾਣੀ ਦੇ ਨਾਲ ਇਸ਼ਨਾਨ ਕਰਨ ਨਾਲ ਬੜੇ ਰੋਗ ਦੂਰ ਹੁੰਦੇ ਆ। ਜੇ ਇਕੱਲੇ ਵੈਸੇ ਵੀ ਠੰਡੇ ਪਾਣੀ ਨਾਲ ਇਸ਼ਨਾਨ ਕਰ ਲਈਏ ਨਾ ਆਪਾਂ, ਉਹਦੇ ਬੜੇ ਲਾਭ ਹੈ। ਕਾਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤਨ ਮਨ ਭਏ ਅਰੋਗਾ। ਕਾਰ ਇਸ਼ਨਾਨ ਇਹ ਤਨ ਦੀ ਗੱਲ ਹੈ, ਸਿਮਰ ਪ੍ਰਭ ਆਪਣਾ ਇਹ ਮਨ ਨੂੰ ਇਸ਼ਨਾਨ ਕਰਾਉਣ ਦੀ ਗੱਲ ਹੈ। ਕਹਿਣ ਲੱਗੇ ਦੋਨਾਂ ਦੇ ਅਸਰ ਹੁੰਦਾ, ਦੋਵੇਂ ਰੋਗ ਹੋ ਜਾਂਦੇ ਆ। ਤੇ ਉਹ ਦੇਖੋ, ਇੱਕ ਪਾਣੀ ਤੇ ਇੱਕ ਮਿੱਟੀ, ਇਹਨਾਂ ਦੋਵਾਂ ਦੇ ਵਿੱਚ ਇੱਕ ਇਹੋ ਜਿਹਾ ਤੱਤ ਹੈ, ਇੱਕ ਇਹੋ ਜਿਹੀ ਪਾਵਰ ਸ਼ਕਤੀ ਆ, ਜੋ ਅਸੀਂ ਬੋਲਦੇ ਆ ਇਹ ਬੜੀ ਛੇਤੀ ਉਹਨੂੰ ਡਿਜ਼ੋਲਵ ਕਰ ਲੈਂਦੇ, ਆਪਣੇ 'ਚ ਸੋਖ ਲੈਂਦੇ ਉਹਨੂੰ। ਪਾਣੀ ਤੇ ਮਿੱਟੀ ਜੋ ਅਸੀਂ ਬੋਲਦੇ ਆ, ਉਹ ਮਿੱਟੀ ਉਹਨੂੰ ਖਿੱਚਦੀ ਹੈ, ਪਾਣੀ ਉਹਨੂੰ ਖਿੱਚਦਾ ਹੈ। ਤੇ ਅੰਮ੍ਰਿਤ ਸਰੋਵਰ ਇਸ ਕਰਕੇ ਵੀ ਬਣੇ ਨੇ, ਜਿਹੜਾ ਬਾਣੀ ਦਾ ਸ਼ਬਦ ਉੱਥੇ ਚੱਲਦਾ, ਕੀਰਤਨ ਚੱਲਦਾ ਹੈ, ਪਾਣੀ ਉਹਨੂੰ ਖਿੱਚ ਲੈਂਦਾ ਹੈ।
ਜਦੋਂ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਸੰਚਾਰ ਕਰਦੇ ਨੇ, ਉਦੋਂ ਵੀ ਤਾਂ ਆਪਣਾ ਧਿਆਨ ਆਪਣੀ ਅੱਖਾਂ ਦੀ ਬਿਰਤੀ ਵਿੱਚ ਟਿਕਾਉਂਦੇ ਨੇ। ਜੋ ਬੋਲਦੇ ਨੇ ਉਹ ਪਾਣੀ ਆਪਣੇ ਅੰਦਰ ਸਾਰੀ ਪਾਵਰ ਨੂੰ ਸੋਖ ਲੈਂਦਾ ਹੈ। ਥੱਲੇ ਜਿਹੜਾ ਬਾਟਾ ਰੱਖਿਆ ਜਾਂਦਾ ਹੈ, ਪੱਥਰ ਦਾ ਕੂੰਡਾ ਰੱਖਿਆ ਜਾਂਦਾ, ਉਹ ਇਸ ਕਰਕੇ ਤਾਂ ਕਿ ਜੋ ਉਹਦੇ ਵਿੱਚ ਪਾਵਰ ਸਮਾ ਗਈ ਹੈ ਥੱਲੇ ਡਿਸਚਾਰਜ ਨਾ ਹੋਵੇ। ਪਰ ਪਾਣੀ ਤੇ ਮਿੱਟੀ ਵਿੱਚ ਇੱਕ ਤੱਤ ਹੈ, ਜੋ ਅਸੀਂ ਬੋਲਦੇ ਹਾਂ ਉਹਨੂੰ ਬੜੀ ਛੇਤੀ ਸੋਖ ਲੈਂਦੀ ਆਪਣੇ ਵਿੱਚ। ਤੇ ਗਰੀਬ ਨਵਾਜ਼ ਪਾਤਸ਼ਾਹ ਕਿਰਪਾ ਕਰਦੇ ਨੇ, ਜਿਹੜਾ ਮਨ ਲਾ ਕੇ ਸ਼ਬਦ ਸੁਣੇਗਾ, ਇਸ਼ਨਾਨ ਕਰੇਗਾ, ਉਹਦੇ ਜਨਮਾਂ ਜਨਮਾਂਤਰਾਂ ਦੇ, ਜਿਨ੍ਹਾਂ ਨੂੰ ਕਿਲ ਵੇਖਾ ਆਪਾਂ ਕਹਿੰਦੇ ਆ, ਉਗਰ ਪਾਪ ਵੀ ਕਹਿੰਦੇ ਆ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਤਿੰਨੇ ਤਾਪ ਆਦ ਵਿਆਦ ਉਪਾਦ। ਇਸ਼ਨਾਨ ਕਰਨ ਦੇ ਨਾਲ ਤੇ ਦੂਜਾ ਗੁਰੂ ਕਾ ਸ਼ਬਦ ਸੁਣਨ ਦੇ ਨਾਲ ਕਹਿਣ ਲੱਗੇ, ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਹਨ ਜੇ। ਉਪਜੈ ਭਗਤ ਗਿਆਨ ਕੋ ਪਾਵੈ, ਆਵਣ ਜਾਣੂ ਜਗਤ ਮਿਟਾਵੈ। ਭਗਤੀ ਪੈਦਾ ਹੁੰਦੀ ਹੈ ਇਸ਼ਨਾਨ ਕਰਨ ਨਾਲ ਤੇ ਗੁਰੂ ਕਾ ਸ਼ਬਦ ਸੁਣਨ ਨਾਲ, ਭਗਤੀ ਪੈਦਾ ਹੁੰਦੀ ਹੈ। ਤੇ ਦੂਜਾ ਮਹਾਰਾਜ ਕਿਰਪਾ ਕੀਤੀ, ਉਹਨੂੰ ਗਿਆਨ ਪ੍ਰਾਪਤ ਹੁੰਦਾ ਹੈ। ਗਿਆਨ ਤੇ ਵਿਰਾਗ ਭਗਤੀ ਦੇ ਪੁੱਤਰ ਆ। ਜਿਹਦੇ ਕੋਲੇ ਭਗਤੀ ਆ ਨਾ, ਉਹਦੇ ਕੋਲ ਗਿਆਨ ਤੇ ਵਿਰਾਗ ਵੀ ਆ ਜਾਏਗਾ। ਭਗਤੀ ਦੇ ਪੁੱਤਰ ਨੇ ਗਿਆਨ ਤੇ ਵਿਰਾਗ। ਮਹਾਰਾਜ ਜੀ ਕਹਿਣਗੇ ਭਗਤੀ ਉਪਜੇਗੀ, ਪੈਦਾ ਹੋਏਗੀ। ਦੇਖੋ ਸੇਵਾ ਦੇ ਵਿੱਚੋਂ ਚੀਜ਼ਾਂ ਮਿਲਦੀਆਂ। ਤੀਰਥ ਯਾਤਰਾਵਾਂ ਇਸ ਕਰਕੇ ਬਣਾਈਆਂ ਹੋਈਆਂ ਸਨ ਕਿ ਬਿਰਤੀ ਨੂੰ ਟਿਕਾਣੇ ਰੱਖ ਕੇ ਜਾਇਆ ਜਾਵੇ। ਜਿੰਨੇ ਕਦਮ ਅਸੀਂ ਚੱਲ ਕੇ ਜਾਂਦੇ ਆ ਜਾਂ ਜੋ ਸਿਮਰਨ ਕਰਦੇ ਅਸੀਂ ਜਾਂਦੇ ਆ, ਉੱਥੇ ਜਾ ਕੇ ਜਿਹੜੀਆਂ ਰੂਹਾਂ ਦੇ ਦਰਸ਼ਨ ਕਰਦੇ ਆ, ਜਿਨ੍ਹਾਂ ਨੇ ਇਸ਼ਨਾਨ ਪਹਿਲਾਂ ਪਾਣੀ 'ਚ ਕੀਤਾ ਹੁੰਦਾ ਹੈ, ਨਾਮ ਜਪਣ ਵਾਲੀਆਂ ਰੂਹਾਂ ਨੇ, ਜਦੋਂ ਅਸੀਂ ਵੀ ਜਾ ਕੇ ਇਸ਼ਨਾਨ ਕਰਦੇ ਹਾਂ, ਬੜਾ ਭਾਰੀ ਉਹਦਾ ਸਾਡੇ ਤੇ ਅਸਰ ਪੈਂਦਾ ਹੈ। ਤੁਸੀਂ ਸਾਰੇ ਬੈਠੇ ਹੋ, ਉਹ ਵੀ ਇੱਕ ਸਰੋਵਰ ਹੈ, ਸੰਗਤ ਵੀ ਇੱਕ ਸਰੋਵਰ ਹੈ, ਪਾਣੀ ਦਾ ਭਰਿਆ ਉਹ ਵੀ ਸਰੋਵਰ ਹੈ। ਤੇ ਮਹਾਰਾਜ ਜੀ ਨੇ ਕਿਰਪਾ ਕੀਤੀ, ਭਗਤੀ ਪੈਦਾ ਹੋਏਗੀ, ਨਾਲ ਗਿਆਨ ਮਿਲੇਗਾ, ਉਹਦਾ ਆਉਣਾ ਤੇ ਜਾਣਾ ਸਦਾ ਲਈ ਮੁੱਕ ਜਾਏਗਾ ਜੀ। ਸੁਣ ਕਰ ਲਗੇ ਕਾਰ ਕੋ ਕਰਨੇ, ਖਨਹਿ ਪੋਟ ਸਿਰ ਪਰ ਕਰ ਧਰਨੇ। ਜਦੋਂ ਉਹਨਾਂ ਨੇ ਮਹਿਮਾ ਸੁਣੀ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਤੋਂ, ਉੱਥੋਂ ਦੀ ਕਾਰ ਸੇਵਾ ਦੀ, ਤੇ ਮਨ ਵਿੱਚ ਚਾਅ ਪੈਦਾ ਹੋ ਗਿਆ, ਬੜਾ ਚਾਅ ਹੋ ਗਿਆ ਵੀ ਕਿਹੜਾ ਵੇਲਾ ਹੋਵੇ ਵੀ ਅਸੀਂ ਵੀ ਦਵਾ ਦਵ ਸਿਮਰਨ ਦੇ ਵਿੱਚ, ਸੇਵਾ ਦੇ ਵਿੱਚ ਲੱਗ ਜਾਈਏ। ਇੰਨਾ ਚਾਅ ਪੈਦਾ ਹੋਇਆ, ਇੰਨੀ ਖਿੱਚ ਪੈਦਾ ਹੋਈ। ਵੈਸੇ ਵੀ ਗੁਰੂ ਕੇ ਬਚਨਾਂ 'ਚ ਬੜੀ ਸ਼ਕਤੀ ਹੁੰਦੀ ਗੁਰਮੁਖੋ। ਇੱਕ ਆਮ ਬੰਦਾ ਉਹ ਗੱਲ ਕਹਿ ਦੇ, ਸਾਡੇ ਤੇ ਅਸਰ ਨਹੀਂ ਕਰਦੀ। ਅਗਰ ਇੱਕ ਨਾਮ ਜਪਣ ਵਾਲਾ ਗੁਰਮੁਖ ਜਾਂ ਸਤਿਗੁਰੂ ਬਚਨ ਕਰ ਦੇਣ ਤੇ ਉਹ ਬਚਨ ਹਿਰਦੇ ਵਿੱਚ ਤੀਰ ਵਾਂਗੂ ਖੁੱਭ ਜਾਂਦਾ ਹੈ। ਜਦੋਂ ਮੇਰੇ ਮਾਲਕ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਮਹਿਮਾ ਸੁਣਾਈ ਤੇ ਦੋਵਾਂ ਦੇ ਅੰਦਰ ਸੇਵਾ ਦਾ ਚਾਅ ਪੈਦਾ ਹੋ ਗਿਆ। ਦੋਨੇ ਉੱਠੇ ਤੇ ਸੇਵਾ ਕਰਨ ਵਿੱਚ ਜੁਟ ਗਏ। ਮਿੱਟੀ ਪੁੱਟਦੇ ਆ, ਸਿਰ ਦੇ ਉੱਤੇ ਮਿੱਟੀ ਦੀਆਂ ਜਿਹੜੀਆਂ ਉਹ ਟੋਕਰੀਆਂ ਚੱਕਦੇ ਖਾਨ ਜੀ। ਧਨ ਕੋ ਦੀਨ ਮਜੂਰ ਲਗਾਏ, ਦਿਨ ਪ੍ਰਤ ਸ਼ਰਧਾ ਔਰ ਅਧਕਾਏ। ਦੋਨੇ ਕੰਮ ਕਰਦੇ ਨੇ, ਹੱਥੀਂ ਵੀ ਕਾਰ ਕਰਦੇ ਆ, ਨਾਲ ਪੈਸੇ ਦੇ ਕੇ ਮਜ਼ਦੂਰਾਂ ਤੋਂ ਵੀ ਕਰਾਉਂਦੇ ਆ। ਧਨ ਦੁਆਰਾ ਵੀ ਸੇਵਾ ਕਰਦੇ ਪਏ ਆ ਤੇ ਹੱਥੀਂ ਵੀ ਸੇਵਾ ਕਰਦੇ ਆ। ਤੇ ਦਿਨੋਂ ਦਿਨ ਉਹਨਾਂ ਦੇ ਅੰਦਰ ਬੜੀ ਸ਼ਰਧਾ, ਪਿਆਰ, ਉਹ ਹੋਰ ਵੈਰਾਗ ਜਿਹੜਾ ਹੈ ਉਹ ਪੈਦਾ ਹੋ ਰਿਹਾ ਹੈ ਜੀ। ਸੁਣ ਸੁਣ ਮਹਿਮਾ ਦੇਸ਼ ਵਿਦੇਸ਼, ਸੰਗਤ ਸਹਿਤ ਮਸੰਦ ਵਿਸ਼ੇਸ਼। ਧਿਆਨ ਦੇਣਾ, ਜਦੋਂ ਵਾਕਿਆ ਬੰਦਾ ਖੁੱਭ ਕੇ ਸੇਵਾ ਕਰਦਾ ਨਾ, ਕੋਈ ਇੱਛਾ ਨਾ ਹੋਵੇ ਉਹਦੀ, ਕੋਈ ਮਤਲਬ ਨਾ ਹੋਵੇ, ਸੇਵਾ ਕਰਤ ਹੋਏ ਨਿਹਕਾਮੀ, ਫਿਰ ਉਹਨੂੰ ਕੀ ਮਿਲਦਾ ਹੈ? ਤਿਸ ਕੋ ਹੋਤ ਪ੍ਰਾਪਤ ਸੁਆਮੀ। ਜੇ ਕੋਈ ਇੱਛਾ ਤੇਰੀ ਵਿੱਚ ਮਤਲਬ ਹੈ, ਫਿਰ ਉਹਦਾ ਅਸਰ ਹੋਰ ਹੈ। ਜੇ ਸੇਵਾ ਹੀ ਕਰੀ ਜਾਂਦਾ ਬੰਦਾ, ਬਿਨਾਂ ਕੁਝ ਮੰਗਿਆ, ਬਿਨਾਂ ਮਤਲਬ ਤੇ ਸੇਵਾ ਕਰੀ ਜਾਂਦਾ ਹੈ, ਨਿਰ ਇੱਛਤ ਹੋ ਕੇ, ਉਹਨੂੰ ਫਿਰ ਸੁਆਮੀ ਦੀ ਪ੍ਰਾਪਤੀ ਹੁੰਦੀ ਹੈ। ਤੇ ਜਦੋਂ ਮਨ ਲਾ ਕੇ ਸੇਵਾ ਬੰਦਾ ਕਰਦਾ ਨਾ, ਕਿਤੇ ਭਾਵੇਂ 2-4 ਮਿੰਟ ਹੀ ਹੋ ਜਾਵੇ, ਉਹ 2-4 ਮਿੰਟ ਦੀ ਸੇਵਾ ਜਿਹੜੀ ਆ ਸਰੀਰ ਨੂੰ ਆਨੰਦ ਬੜਾ ਦਿੰਦੀ ਹੈ। ਜਦੋਂ ਮਨ ਪੂਰਾ ਖੁੱਭ ਜਾਵੇ ਨਾ ਸੇਵਾ ਵਿੱਚ, ਪਤਾ ਨਹੀਂ ਲੱਗਦਾ ਕੌਣ ਆਇਆ ਹੈ, ਕੌਣ ਗਿਆ ਹੈ, ਕਿੰਨੇ ਆਵਾਜ਼ ਮਾਰੀ ਹੈ, ਹੋਰ ਮੈਂ ਕੀ ਕੁਝ ਕਰਨਾ, ਪੂਰਾ ਖੁੱਭ ਜਾਵੇ ਵਿੱਚ, ਬੜਾ ਹੀ ਆਨੰਦ ਆਉਂਦਾ। ਸਰੀਰ ਨੂੰ ਵੀ ਤਾਕਤ ਮਿਲਦੀ ਹੈ, ਸਰੀਰ ਵਿੱਚ ਵੀ ਚੁਸਤੀ ਫੁਰਤੀ ਪੈਦਾ ਹੁੰਦੀ ਹੈ। ਤੇ ਦੋਨੇ ਸਿੱਖ ਉੱਠੇ, ਬੜੇ ਪਿਆਰ ਦੇ ਨਾਲ ਸੇਵਾ ਜੁਟ ਗਏ ਤੇ ਨਾਲ ਉਹ ਧਨ ਵੀ ਦੇ ਰਹੇ ਆ ਮਜ਼ਦੂਰਾਂ ਨੂੰ, ਉਹਦੇ ਦੁਆਰਾ ਵੀ ਸੇਵਾ ਕਰ ਰਹੇ ਆ। ਤੇ ਇਹ ਜਿਹੜੀ ਮਹਿਮਾ ਨਾ ਅੰਮ੍ਰਿਤ ਸਰੋਵਰ ਦੀ ਦੂਰ ਦੁਰਾਡੇ ਤੱਕ ਫੈਲਦੀ ਜਾ ਰਹੀ ਹੈ। ਮਸੰਦ ਵੀ ਆਉਂਦੇ ਆ
ਤੇ ਸੰਗਤਾਂ ਵੀ ਆ ਕੇ ਸੇਵਾ ਕਰਦੀਆਂ ਹਨ ਜੀ। ਮਹਿਮਾ ਸਿੱਖਨ ਗੁਰੂ ਸੁਣਾਵੈ, ਸੁਣ ਸੁਣ ਦਾਸਨ ਕੇ ਮਨ ਭਾਵੈ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਪਾਵਨ ਪਵਿੱਤਰ ਸਰੋਵਰ ਦੀ ਮਹਿਮਾ ਸੁਣਾਉਂਦੇ ਆ ਨਾ, ਤਾਂ ਸੁਣਨ ਵਾਲਿਆਂ ਦੇ ਹਿਰਦੇ ਜਿਹੜੇ ਨੇ ਉਹ ਸਰਸ਼ਾਰ ਹੋ ਰਹੇ ਹਨ ਜੀ। ਸਬਦਨ ਬਿਖੈ ਮਹਾਤਮ ਕਹੈ, ਕਰਹਿ ਕਾਰ ਸਿੱਖ ਸੁਧ ਤਾਲਹੈ। ਸਤਿਗੁਰੂ ਜੀ ਸਾਰਾ ਦਿਨ ਇਸ ਸਰੋਵਰ ਦੀ ਮਹਿਮਾ ਸੰਗਤਾਂ ਨੂੰ ਸੁਣਾਉਂਦੇ ਆ ਵੀ ਭਾਈ ਸੇਵਾ ਦਾ ਟੱਕ ਲੱਗਿਆ ਹੋਇਆ, ਜਿਹੜਾ ਇੱਥੇ ਸੇਵਾ ਕਰ ਲੇਗਾ ਉਹਦਾ ਵੀ ਭਲਾ, ਕੁੱਲ ਦਾ ਵੀ ਭਲਾ, ਅੱਗੇ ਦਰਗਾਹ ਵਿੱਚ ਵੀ ਉਹਦਾ ਭਲਾ ਹੋਏਗਾ। ਇਹ ਮੌਕਾ ਹੈ, ਸੰਭਾਲ ਲਓ। ਤੇ ਸੰਗਤਾਂ ਜਦੋਂ ਵਚਨ ਸੁਣਦੀਆਂ, ਸੁਣ ਸੁਣ ਕੇ ਮਨ ਹਿਰਦਾ ਜਿਹੜਾ ਨਾ ਪ੍ਰੇਮ ਨਾਲ ਭਰ ਜਾਂਦਾ। ਕਾਰ ਕਰਦੇ ਆ ਤੇ ਨਾਲ ਉਹਨਾਂ ਨੂੰ ਨਿਰਮਲਤਾਈ ਵੀ ਮਿਲਦੀ ਹੈ। ਜਦੋਂ ਜਿਹੜਾ ਬੰਦਾ ਕਿਰਤੀ ਹੁੰਦਾ ਨਾ, ਕਿਰਤੀ ਵਾਕਿਆ ਹੀ ਉਹ ਬੰਦੇ ਦਾ ਮਨ ਵੀ ਸਾਫ਼ ਹੁੰਦਾ, ਮੈਲ ਉਹਦੀ ਉਤਰਦੀ ਹੈ। ਜਿਹੜਾ ਕਿਰਤ ਕਰਨ ਵਾਲਾ ਉਹ ਬੰਦਾ ਜਿਹੜਾ ਹੈ ਬੁਰਾਈਆਂ ਵੀ ਘੱਟ ਕਰੇਗਾ। ਇਹ ਕਾਰ ਕਰਦੇ ਨੇ ਉਹ ਵੀ ਗੁਰੂ ਕੀ, ਤੇ ਨਾਲ ਇਹਨਾਂ ਨੂੰ ਨਿਰਮਲਤਾਈ ਤੇ ਨਾਲ ਸਵੱਛਤਾ ਵੀ ਇਹਨਾਂ ਨੂੰ ਮਿਲਦੀ ਹੈ। ਨਿੱਕੀ ਜੀ ਸਾਖੀ ਅਰਜ਼ ਕਰਾਂ, ਗੁਰੂ ਕਲਗੀਧਰ ਮਹਾਰਾਜਿਆਂ ਦੇ ਕੋਲ ਭਾਈ ਜੋਗਾ ਜੀ ਗਿਆ, ਉਹਦੇ ਮਾਤਾ ਪਿਤਾ ਦੇ ਨਾਲ ਛੋਟੀ ਉਮਰੇ। ਸੰਗਤਾਂ ਨੂੰ ਵੇਖਿਆ ਵੀ ਸੰਗਤਾਂ ਰੇਤਾ ਦੇ ਨਾਲ ਬੜੀ ਘੁੱਟ-ਘੁੱਟ ਕੇ ਭਾਂਡੇ ਮਾਂਜਦੀਆਂ ਪਈਆਂ। ਬੱਚੇ ਨੇ ਦੇਖਿਆ, ਇਹਦਾ ਮਨ ਵੀ ਕੀਤਾ, ਇਹ ਵੀ ਇੱਕ ਥਾਲੀ ਲੈਂਦਾ, ਉਹਨੂੰ ਘੁੱਟ-ਘੁੱਟ ਕੇ ਬੜੀਆਂ ਰੀਝਾਂ ਦੇ ਨਾਲ ਰਗੜ-ਰਗੜ ਕੇ ਸਾਫ਼ ਕਰਦਾ। ਸੰਗਤਾਂ ਨੇ ਵੇਖਿਆ ਵੀ ਹੈ ਬੱਚਾ ਇੰਨੀ ਰਗੜ-ਰਗੜ ਕੇ ਸੇਵਾ ਕਰਦਾ, ਭਾਂਡੇ ਚਮਕਾਉਂਦਾ। ਸਤਿਗੁਰਾਂ ਕੋਲ ਉਹ ਗੱਲ ਪਹੁੰਚੀ, ਮੇਰੇ ਪਾਤਸ਼ਾਹ ਨੇ ਬੁਲਾਇਆ, ਕਹਿਣ ਲੱਗੇ ਜੋਗਿਆ ਪਤਾ ਲੱਗਿਆ ਵੀ ਤੂੰ ਬੜੇ ਰੀਝਾਂ ਦੇ ਨਾਲ ਭਾਂਡਿਆਂ ਨੂੰ ਰਗੜ-ਰਗੜ ਕੇ ਸਾਫ਼ ਕਰਦਾ, ਕੀ ਕਾਰਨ? ਸਤਿਗੁਰੂ ਮੈਂ ਸੁਣਿਆ ਜਿਹੜਾ ਭਾਂਡਿਆਂ ਨੂੰ ਰਗੜ-ਰਗੜ ਕੇ ਸਾਫ਼ ਕਰਦਾ ਨਾ, ਉਹਦਾ ਮਨ ਵੀ ਰਗੜਿਆ ਜਾਂਦਾ ਹੈ। ਸਤਿਗੁਰਾਂ ਦੇ ਬਚਨ ਨੇ, ਕਰੇ ਕਾਰ ਸਿੱਖ ਸੁਧਤਾ ਲਹੈ। ਕਹਿਣ ਲੱਗੇ ਜਿੰਨੇ ਰਗੜ-ਰਗੜ ਕੇ ਭਾਂਡੇ ਸਾਫ਼ ਕਰੀਏ ਉਹਨਾਂ ਮਨ ਵੀ ਨਾਲ ਸਤਿਗੁਰੂ ਸਾਫ਼ ਹੋ ਜਾਂਦਾ। ਸਤਿਗੁਰੂ ਬੜੇ ਪ੍ਰਸੰਨ ਹੋ ਗਏ ਸਨ। ਫਿਰ ਕਿਹਾ ਸੀ ਜੋਗਿਆ ਤੂੰ ਕਿਹਦੇ ਜੋਗਾ? ਮਹਾਰਾਜ ਮੈਂ ਤੁਹਾਡੇ ਜੋਗਾ। ਕਹਿਣਗੇ ਚੰਗਾ, ਫਿਰ ਜੇ ਤੂੰ ਸਾਡੇ ਜੋਗਾ ਹੈ ਪਰ ਅਸੀਂ ਤੇਰੇ ਜੋਗੇ। ਸੇਵਾ ਵਿੱਚੋਂ ਚੀਜ਼ ਮਿਲੀ। ਤੇ ਮੇਰੇ ਪਾਤਸ਼ਾਹ ਕਿਰਪਾ ਕਰਦੇ ਨੇ, ਸਾਰਾ ਦਿਨ ਇਹ ਮਹਾਤਮ ਸੁਣਾਉਂਦੇ ਨੇ ਕਾਰ ਸੇਵਾ ਦਾ, ਤੇ ਸਿੱਖ ਕਾਰ ਸੇਵਾ ਕਰ ਕਰਕੇ ਨਾਲੇ ਤਾਂ ਆਨੰਦ ਅੰਦਰ ਦਾ ਲੈਂਦੇ ਆ, ਤੇ ਨਾਲੇ ਉਹਨਾਂ ਨੂੰ ਅੰਦਰ ਦੀ ਮੈਲ ਉਤਰਦੀ ਆ, ਨਾਲੇ ਸਵੱਛਤਾ ਮਿਲਦੀ ਹੈ ਜੀ। ਮਾਜ ਮਹੱਲਾ ਪੰਜਵਾ। ਉਦਮ ਕਰਤ ਮਨ ਨਿਰਮਲ ਹੋਆ, ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ। ਨਾਮ ਨਿਦਾਨ ਸਤਿਗੁਰੂ ਸੁਣਾਇਆ, ਮਿਟ ਗਏ ਸਗਲੇ ਰੋਗਾ ਜੀਓ। ਉਦਮ ਕਰਤ ਮਨ ਨਿਰਮਲ ਹੋਆ। ਜਿਨ੍ਹਾਂ ਨੇ ਉਦਮ ਕੀਤਾ, ਸੇਵਾ ਕਰਨ ਦਾ ਉਦਮ ਤੇ ਕਰਨਾ ਹੀ ਪੈਂਦਾ ਨਾ, ਮਨ ਨਿਰਮਲ ਹੋ ਗਿਆ, ਮੈਲ ਤੋਂ ਰਹਿਤ, ਹਰ ਮਾਰਗ ਚਲਤ। ਇਹ ਹਰੀ ਦਾ ਮਾਰਗ ਹੈ, ਹਰੀ ਦੇ ਘਰ ਨੂੰ ਜਾਣ ਵਾਲਾ ਕਾਰ ਸੇਵਾ ਵਾਲਾ ਮਾਰਗ ਹਰੀ ਦਾ ਮਾਰਗ ਹੈ। ਤੇ ਸਤਿਗੁਰੂ ਵੀ ਗੁਰ ਪਰਮੇਸ਼ਰ ਹੈ। ਇੱਕ ਹੁੰਦਾ ਪਾਰ ਬ੍ਰਹਮ ਪਰਮੇਸ਼ਰ, ਇੱਕ ਹੁੰਦਾ ਗੁਰ ਪਰਮੇਸ਼ਰ। ਪਰਮੇਸ਼ਰ ਤਾਂ ਪਰਮੇਸ਼ਰ ਹੀ ਹੈ, ਭਾਵੇਂ ਉਹ ਪਾਰ ਬ੍ਰਹਮ ਆ ਭਾਵੇਂ ਗੁਰ ਪਰਮੇਸ਼ਰ ਹੈ। ਇਹ ਗੁਰ ਪਰਮੇਸ਼ਰ ਦੇ ਬਚਨ ਨੇ ਸੇਵਾ ਕਰਨੀ, ਤੇ ਜਿਹੜੇ ਹੁਕਮ ਮੰਨ ਕੇ ਉਦਮ ਕਰ ਲੈਂਦੇ ਆ ਸੇਵਾ ਕਰਨ ਦਾ, ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ। ਸਭ ਤਰ੍ਹਾਂ ਦੇ ਭਰਮ ਪੰਜ ਤਰ੍ਹਾਂ ਦੇ ਹੁੰਦੇ ਆ, ਸਾਰੇ ਭਰਮ ਮਿਟ ਜਾਂਦੇ ਆ। ਨਾਮ ਨਿਧਾਨ ਸਤਿਗੁਰੂ ਸੁਣਾਇਆ, ਨਾਮ ਦਾ ਖਜ਼ਾਨਾ, ਨਾਮ ਦੀ ਮਹਿਮਾ ਜਦੋਂ ਸਤਿਗੁਰੂ ਸੁਣਾਉਂਦੇ ਆ, ਮਿਟ ਗਏ ਸਗਲੇ ਰੋਗਾ ਜੀਓ, ਤੇ ਸਾਰੇ ਰੋਗ ਮਿਟ ਜਾਂਦੇ ਆ। ਇਸੇ ਤਰ੍ਹਾਂ ਹੀ ਕਾਰ ਸੇਵਾ ਸਿੱਖ ਕਰਦੇ ਆ, ਜਿਉਂ-ਜਿਉਂ ਕਰਦੇ ਆ ਮਨ ਉਹਨਾਂ ਦਾ ਹਲਕਾ ਫੁਲਕਾ, ਸਰੀਰ ਉਹਨਾਂ ਦਾ ਹੌਲਾ, ਤੇ ਅੰਦਰ ਨੂੰ ਬੜੀ ਪ੍ਰਸੰਨਤਾ ਤੇ ਨਿਰਮਲਤਾ ਹੀ ਮਿਲਦੀ ਹੈ ਜੀ। ਇਤਿਆਦਿਕ ਬਹੁ ਗੁਰੂ ਬਨਾਵੈ, ਸੁਨ ਪਾਠਕਾਰ ਕਰਨ ਔਰ ਭਾਵੈ। ਸਤਿਗੁਰੂ ਜੀ ਇੱਕ ਪਾਸੇ ਕਾਰ ਕਰਾਉਂਦੇ ਨੇ ਸਰੋਵਰ ਦੀ, ਤੇ ਨਾਲ ਬਾਣੀ ਦੀ ਰਚਨਾ ਵੀ ਕਰ ਰਹੇ ਨੇ। ਬਾਣੀ ਦੀ ਰਚਨਾ ਵੀ ਦੇਖੋ, ਇਹ ਕੰਬੀਨੇਸ਼ਨ ਕਿੰਨਾ ਵਧੀਆ ਬਣਾਇਆ ਮੇਰੇ ਪਾਤਸ਼ਾਹ ਨੇ। ਧਿਆਨ ਦੇਣਾ, ਬਾਣੀ ਤੇ ਪਾਣੀ ਇਹ ਸਿੱਖ ਦਾ ਜੀਵਨ ਹੈ। ਨਾ ਸਿੱਖ ਪਾਣੀ ਬਿਨਾਂ ਜਿੰਦਾ ਰਹਿ ਸਕਦਾ ਹੈ, ਤੇ ਨਾ ਸਿੱਖ ਬਾਣੀ ਬਿਨਾਂ ਜਿੰਦਾ ਰਹਿ ਸਕਦਾ। ਗੁਰਮੁਖ ਦੇ ਜੀਵਨ ਦਾ ਬਹੁਤ ਵੱਡਾ ਅਹਿਮ ਅੰਗ ਹੈ ਪਾਣੀ ਤੇ ਬਾਣੀ। ਤੇ ਜੇ ਹੋਰ ਦੇਖੀਏ ਤੇ ਬਾਣੀ ਆਈ ਵੀ ਪਾਣੀ ਵਿੱਚੋਂ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਵੇਈ ਨਦੀ 'ਚ ਗਏ ਨੇ, ਮੂਲ ਮੰਤਰ ਦੇ ਜਿਹੜੇ ਸ਼ਬਦ ਸਨ, ਬੋਲ ਸਨ, ਉਹ ਜਦੋਂ 3 ਦਿਨਾਂ ਬਾਅਦ ਪਾਣੀ 'ਚੋਂ ਸਤਿਗੁਰੂ ਦੁਬਾਰਾ ਪ੍ਰਗਟ ਹੋਏ, ਉਦੋਂ ਇਹ ਰੱਬ ਦੇ ਘਰੋਂ ਬੋਲ ਲੈ ਕੇ ਆਏ ਸਨ।
ਪਾਣੀ ਤੇ ਬਾਣੀ। ਪਾਣੀ ਸਰੀਰ ਨੂੰ ਸਾਫ਼ ਕਰਦਾ ਤੇ ਬਾਣੀ ਮਨ ਨੂੰ ਸਾਫ਼ ਕਰਦੀ ਹੈ। ਗੁਰੂ ਸਾਹਿਬ ਜੀ ਬਾਣੀ ਦੀ ਰਚਨਾ ਵੀ ਕਰਦੇ ਆ ਤੇ ਸਿੱਖ ਜਦੋਂ ਸੇਵਾ ਕਰਦੇ ਆ ਨਾਲ ਨਾਲ ਬਾਣੀ ਪੜ੍ਹਦੇ ਆ ਤੇ ਨਾਲ ਨਾਲ ਸੁਣਦੇ ਹੈ ਤੇ ਇਸ ਤਰ੍ਹਾਂ ਕਹਿਣ ਲੱਗੇ ਉਹਨਾਂ ਦਾ ਹਿਰਦਾ ਜਿਹੜਾ ਹੈ ਉਹ ਬੜਾ ਪ੍ਰਸੰਨ ਹੋ ਰਿਹਾ ਹੈ ਜੀ। ਦੋਨੋਂ ਰਹਿ ਪਾਸ ਗੁਰਦੇਵ ਮੁਕਤ ਰੂਪ ਹੋਏ ਕਰ ਸੇਵ। ਦੋਨੇ ਵਕਤੀ ਸਿੱਖ ਮਹਾਰਾਜਿਆਂ ਦੇ ਕੋਲ ਰਹਿੰਦੇ, ਦੋਨੇ ਵਕਤੀ। ਦਰਬਾਰ ਵੀ ਲੱਗਦਾ ਹੈ, ਸਵੇਰੇ ਵੀ ਸ਼ਾਮ ਨੂੰ ਵੀ ਦਰਬਾਰ ਸਜਦਾ ਹੈ, ਕਾਰ ਸੇਵਾ ਸਾਰਾ ਦਿਨ ਚੱਲਦੀ ਹੈ। ਹੁਣ ਸਿੱਖ ਬਣ ਗਏ ਨੇ ਗੁਰੂ ਦੇ ਚਰਨਾਂ ਦੇ ਭਵਰੇ। ਤੇ ਕਦੀ ਸੁਣਿਆ ਵੀ ਭਵਰਾ ਫੁੱਲ ਖਿੜਿਆ ਹੋਵੇ, ਅਜੇ ਖਿੜਿਆ ਹੋਵੇ ਇਹ ਭਵਰਾ ਉਹਨੂੰ ਛੱਡ ਕੇ ਚਲਾ ਜਾਵੇ? ਸਵਾਲ ਹੀ ਨਹੀਂ ਪੈਦਾ ਹੁੰਦਾ। ਕਦੀ ਸੁਣਿਆ ਵੀ ਚੰਦਰਮਾ ਜੇ ਚੜਿਆ ਹੋਵੇ ਤੇ ਚਕੋਰ ਆਪਦੀ ਨਿਗਾਹ ਭਵਾਲੇ? ਮਤਲਬ ਹੀ ਨਹੀਂ। ਸਿੱਖ ਸਾਰਾ ਦਿਨ ਸੇਵਾ ਕਰਦੇ ਆ, ਕੋਈ ਥਕਾਵਟ ਨਹੀਂ ਹੁੰਦੀ। ਬਾਣੀ ਪੜ੍ਹਦੇ ਆ, ਬਾਣੀ ਸੁਣਦੇ ਆ, ਸੇਵਾ ਕਰਦੇ ਆ। ਦੋਨੇ ਵਕਤ ਮਹਾਰਾਜ ਦੇ ਕੋਲ ਰਹਿੰਦੇ, ਮੁਕਤ ਰੂਪ ਹੋਏ ਕਰ ਸੇਵ। ਬੜਾ ਬਚਨ ਕਮਾਲ ਦਾ। ਮੁਕਤ ਰੂਪ ਉਹੀ ਨਿਰ ਇੱਛਾ, ਇੱਛਾ ਤੋਂ ਰਹਿਤ ਸੇਵਾ ਕਰਨੀ। ਸੇਵਾ ਕਰਤ ਹੋਏ ਨੇ ਕੰਮ ਤਿਸ ਕੋ ਹੋਤ ਪ੍ਰਾਪਤ ਸੁਆਮੀ। ਬਿਨਾਂ ਇੱਛਾ ਰੱਖਿਆ ਜਿਹੜਾ ਸੇਵਾ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਹੈ, ਸਤਿਗੁਰੂ ਫਿਰ ਉਹਨੂੰ ਮਹਿੰਗੀ ਦਾਤ ਦਿੰਦੇ ਆ। ਕਹਿਣ ਲੱਗੇ ਮੁਕਤ ਹੋਏਗਾ ਉਹ। ਤੇ ਦੂਜਾ ਜਿਹੜਾ ਇੱਛਾਵਾਂ ਤੋਂ ਮੁਕਤ ਹੋ ਕੇ ਜਿਹੜਾ ਸੇਵ ਕਰਦਾ ਹੈ, ਕਹਿਣ ਲੱਗੇ ਉਹਦਾ ਹਲਤ ਪਲਤ ਸਵਾਰਿਆ ਜਾਂਦਾ। ਤੇ ਜਿੰਨੇ ਵੀ ਸਿੱਖ ਨੇ ਇਹ ਸਾਰੇ ਬਿਨਾਂ ਇੱਛਾ ਰੱਖਿਆ ਗੁਰੂ ਕੀ ਕਾਰ ਕਰਦੇ ਹਨ ਜੇ। ਅਜਬ ਅਜਾਇਬ ਉਮਰਾ ਸ਼ਾਹੂ ਸੰਗੇ ਇਹੋ ਮਸੰਦ ਗੁਰ ਪਾਹੂ। ਹੁਣ ਤਿੰਨ ਮਸੰਦ ਹੋਰ ਆਏ ਨੇ, ਇੱਕ ਦਾ ਨਾਮ ਹੈ ਅਜਬ ਹੈ, ਅਜਾਇਬ ਹੈ ਤੇ ਉਮਰਾ ਸ਼ਾਹੂ ਹੈ। ਇਹ ਤਿੰਨੇ ਮਸੰਦ ਧੰਨ ਗੁਰੂ ਅਰਜਨ ਸਾਹਿਬ ਮਹਾਰਾਜਿਆਂ ਦੇ ਕੋਲ ਅੰਮ੍ਰਿਤਸਰ ਦੀ ਮਹਿਮਾ ਸੁਣ ਕੇ ਵੀ ਆਏ ਹਨ ਜੀ। ਕਾਰ ਸੁਧਾਸਰ ਕੀ ਭੀ ਕਰੈ ਸੰਗਤ ਤੇ ਗੁਰ ਕਾਰ ਸੰਭਰੈ। ਕਾਰ ਸੇਵਾ ਵਿੱਚ ਇਹ ਵੀ ਜੁਟ ਗਏ ਆ, ਹੱਥੀਂ ਸੇਵਾ ਕਰਦੇ ਆ ਤੇ ਨਾਲ ਆਪੋ ਆਪਣੇ ਇਲਾਕੇ ਦੇ ਵਿੱਚੋਂ ਜਿਹੜੀ ਗੁਰੂ ਕੀ ਕਾਰ ਹੈ, ਜਿਹੜਾ ਗੁਰੂ ਦਾ ਦਸਵੰਧ ਹੈ, ਉਹ ਵੀ ਨਾਲ ਇਕੱਠਾ ਕਰਕੇ ਲਿਆਉਂਦੇ ਹਨ ਜੇ। ਆਨ ਗੁਰੂ ਕੇ ਪਾਸ ਪਹੁੰਚਾਵੈ ਨਿਜ ਹਿਤ ਜੋ ਸਿੱਖਣ ਤੇ ਪਾਵੈ। ਸਾਰੀ ਦਸਵੰਧ ਦੀ ਮਾਇਆ ਇਕੱਠੀ ਕਰਦੇ ਨੇ। ਦੇਖੋ ਅੱਜ ਵੀ ਬੜੇ ਐਸੇ ਗੁਰਮੁਖ ਪਿਆਰੇ ਨੇ ਜਿਹੜੇ ਗਿਣ ਕੇ ਦਸਵੰਧ ਕੱਢਦੇ, ਗਿਣ ਕੇ। 100 ਤੋਂ 10 ਕੱਢਣੇ ਬੜੇ ਸੌਖੇ ਆ, ਕਰੋੜ ਤੋਂ 10 ਲੱਖ ਕੱਢਣਾ ਬੜਾ ਔਖਾ ਹੈ। 10 ਚੋਂ ਕੱਢਣਾ ਸੌਖਾ ਹੈ, 100 ਚੋਂ 10 ਕੱਢਣੇ ਸੌਖੇ, 1000 ਚੋਂ 100 ਕੱਢਣਾ ਸੌਖਾ ਹੈ। ਪਰ ਗੁਰਮੁਖੋ ਕਰੋੜ ਤੋਂ 10 ਲੱਖ ਕੱਢਣਾ ਬੜਾ ਔਖਾ ਹੈ। ਪਰ ਜਿਹੜੇ ਨੇ ਗੁਰੂ ਤੇ ਬਚਨਾਂ ਦੇ ਪਹਿਰਾ ਦੇਣ ਵਾਲੇ, ਵੇਖੋ ਗੁਰੂ ਨੇ ਆਪਣਾ ਦਸਵੰਧ ਲੈ ਹੀ ਲੈਣਾ। ਤੁਸੀਂ ਖੁਸ਼ੀ ਨਾਲ ਦਿਓਗੇ ਬਰਕਤ ਪਾਏਗੀ, ਨਾ ਦਿਓਗੇ ਜਾਂ ਬਿਮਾਰੀ ਤੇ ਲੱਗ ਜਾਏਗਾ ਜਾਂ ਕੋਈ ਆਦ ਵਿਆਦ ਉਪਾ ਰੋਗ 'ਚ ਲੱਗ ਜਾਏਗਾ। ਉਹ ਗੁਰੂ ਦਾ ਹਿੱਸਾ ਹੈ। ਅਗਲੀ ਗੱਲ ਸੁਣਨਾ, ਇੱਕ ਉਹ ਨੇ ਜਿਹੜੇ ਗੁਰੂ ਕੀ ਗੋਲਕ ਦੇ ਵਿੱਚ, ਵੇਖੋ ਆਪਾਂ ਕਈ ਵਾਰੀ ਵੇਖ ਵੀ ਲੈਨੇ ਆ ਜਾਂ ਸੁਣਦੇ ਆ ਕਿ ਗੁਰੂ ਦੀ ਗੋਲਕ ਵਿੱਚੋਂ ਪੈਸੇ ਕੱਢਦਾ ਫੜਿਆ ਗਿਆ। ਕੋਈ ਉਹਦੇ ਨਾਲ ਘੱਟ ਨਹੀਂ ਕਰਦਾ, ਉਹਨੂੰ ਮਾਰਦੇ ਆ, ਕੁੱਟਦੇ ਆ, ਚਾਰਜ ਲਾਉਂਦੇ। ਕਿਉਂ? ਇਹਨੇ ਗੁਰੂ ਕੀ ਗੋਲਕ ਵਿੱਚੋਂ ਪੈਸੇ ਚੋਰੀ ਕੀਤੇ ਆ, ਇਹ ਚੋਰ ਹੈ। ਤੇ ਜੇ ਮੰਨ ਲਿਆ ਜਾਏ ਵੀ ਉਹਨੇ ਗੁਰੂ ਕੀ ਗੋਲਕ ਵਿੱਚੋਂ ਪੈਸੇ ਕੱਢੇ ਨੇ, ਉਹ ਤਾਂ ਚੋਰ ਹੈ ਕਿਉਂਕਿ ਵਿੱਚੋਂ ਕੱਢੇ ਨੇ। ਤੇ ਇੱਕ ਉਹ ਜਿਹੜਾ ਵਿੱਚ ਪਾਉਂਦਾ ਹੀ ਨਹੀਂ, ਉਹ ਵੀ ਚੋਰ ਹੋਏਗਾ ਨਾਲ। ਜੇ ਕੱਢਣ ਵਾਲਾ ਚੋਰ ਹੈ ਨਾ, ਤੇ ਜਿਹੜਾ ਗਿਣ ਕੇ ਹਿੱਸਾ ਪਾਉਂਦਾ ਨਹੀਂ, ਉਹ ਵੀ ਉਹਨਾਂ ਹੀ ਹੱਕਦਾਰ ਆ ਬਰਾਬਰ ਦਾ, ਉਹ ਵੀ ਚੋਰ ਹੈ। ਗੁਰੂ ਦਾ ਹਿੱਸਾ ਮੁਸਲਮਾਨ 40% ਕੱਢਦੇ ਆ ਤੇ ਆਪਾਂ ਨੂੰ 10% ਹੁਕਮ ਹੈ। ਤੇ ਇਹ 10ਵਾਂ ਹਿੱਸਾ ਜਿਹੜਾ ਸੰਗਤਾਂ ਕੱਢਦੀਆਂ ਨੇ ਗਿਣ ਕੇ, ਕੱਢਣਾ ਚਾਹੀਦਾ ਗੁਰਮੁਖੋ। ਸਵਾਸਾਂ ਦਾ ਦਸਵੰਧ ਵੀ ਕੱਢਣਾ ਚਾਹੀਦਾ ਤੇ ਪੈਸੇ ਦਾ ਵੀ ਕੱਢਣਾ ਚਾਹੀਦਾ। ਤੇ ਜਿਹੜੀ ਵਿਦਿਆ ਕਿਸੇ ਦੇ ਕੋਲ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਕਲਾ ਹੈ, ਕੋਈ ਵਿਦਿਆ ਹੈ, ਉਹਦਾ ਵੀ 10ਵਾਂ ਹਿੱਸਾ ਕੱਢਣਾ ਜ਼ਰੂਰੀ ਹੈ। ਦਸਵੰਧ ਤੇ ਦਸਵੰਧ ਹੈ। ਇਹ ਹੱਥੀਂ ਵੀ ਕਾਰ ਕਰਦੇ ਨੇ ਅੰਮ੍ਰਿਤ ਸਰੋਵਰ ਦੀ, ਤੇ ਨਾਲ ਇਹ ਮਸੰਦ ਜਿਹੜੇ ਨੇ ਸੰਗਤਾਂ ਤੋਂ ਪੈਸੇ ਇਕੱਠੇ ਕਰਕੇ, ਦਸਵੰਧ ਦੀ ਮਾਇਆ ਇਕੱਠੀ ਕਰਕੇ ਇਹ ਸੱਚੇ ਪਾਤਸ਼ਾਹ ਦੇ ਕੋਲ ਪਹੁੰਚਾਉਂਦੇ ਹਨ ਜੀ। ਆਨ ਗੁਰੂ ਕੇ ਪਾਸ ਪਹੁੰਚਾਵੈ ਨਿਜ ਹਿਤ ਜੋ ਸਿੱਖਣ ਤੇ ਪਾਵੈ। ਸਾਰੀ ਮਾਇਆ ਇਕੱਠੀ ਕਰਕੇ ਮਹਾਰਾਜ ਦੇ ਕੋਲ ਪਹੁੰਚਾਉਂਦੇ, ਆਪਣਾ ਧਰਮ ਸਮਝਦੇ, ਆਪਦੀ ਜ਼ਿੰਮੇਵਾਰੀ ਸਮਝਦੇ ਆਇਆ ਇਹ ਵੀ ਨਾਲ ਕਾਰ ਕਰਦੇ ਹਨ ਜੇ। ਜਿਸ ਕੇ ਸੰਗ ਕਰਹਿ ਗੁਜਰਾਨੇ ਇੱਕ ਦਿਨ ਸਾਹਿਬ ਬੂਝਨ ਠਾਨੇ। ਧਿਆਨ ਦੇਣਾ, ਸੱਚੇ ਪਾਤਸ਼ਾਹ ਗਰੀਬ ਨਵਾਜ਼ ਨੇ ਇੱਕ ਦਿਨ ਪੁੱਛ ਲਿਆ ਇਹਨਾਂ ਮਸੰਦਾਂ ਨੂੰ, ਕਹਿਣ ਲੱਗੇ ਭਾਈ ਤੁਹਾਡਾ ਗੁਜ਼ਾਰਾ ਕਿਵੇਂ ਚੱਲਦਾ? ਤੁਸੀਂ ਆਪਣਾ ਗੁਜ਼ਾਰਾ ਕਿਵੇਂ ਕਰਦੇ ਹੋ?
ਜਿਹੜੀਆਂ ਸੰਗਤਾਂ ਤੁਹਾਨੂੰ ਦਸਵੰਧ ਦਿੰਦੀਆਂ ਉਹ ਤੇ ਹੋ ਗਈ ਉਹਨਾਂ ਦੀ ਕਮਾਈ, ਤੇ ਤੁਹਾਡਾ ਗੁਜ਼ਾਰਾ ਕਹਿਣਗੇ ਕਿਵੇਂ ਚੱਲਦਾ ਹੈ ਜੀ। ਗੁਰ ਧਨ ਕੋ ਤੁਮ ਕਿਸ ਬਿਦ ਜਾਨੋ, ਜੋ ਸੰਗਤ ਤੇ ਲਿਆਵਨ ਠਾਨੋ। ਜਿਹੜਾ ਤੁਸੀਂ ਲੈ ਕੇ ਆਉਂਦੇ ਹੋ ਸੰਗਤਾਂ ਤੋਂ ਧਨ ਗੁਰੂ ਘਰ ਵਾਸਤੇ, ਤੁਸੀਂ ਉਹਨੂੰ ਕਿਸ ਵਿਧੀ ਦੇ ਨਾਲ ਜਾਣਦੇ ਹੋ? ਤੁਹਾਡਾ ਨਜ਼ਰੀਆ ਕੀ ਹੈ ਉਸ ਧਨ ਦੇ ਪ੍ਰਤੀ? ਤੁਸੀਂ ਉਸ ਧਨ ਨੂੰ ਕਿੱਦਾਂ ਜਾਣਦੇ ਹੋ ਜੀ? ਕਹਿਓ ਤਿਨਹੂ ਹਮ ਬਿਖ ਸਮਝ ਜਾਣੈ, ਸ਼ਿਵ ਨਿਰਮਾਇਲ ਕੇਰ ਸਮਾਨੇ। ਵੇਖੋ ਜਿਨ੍ਹਾਂ ਨੇ ਸਿੱਖੀ ਕਮਾਉਣੀ ਹੋਵੇ ਨਾ, ਕਹਿੰਦੇ ਨੇ ਪਰਾਇਆ ਧਨ ਤੇ ਪਰਾਇਆ ਤਨ, ਜਿਹੜਾ ਇਹਨਾਂ ਤੋਂ ਬਚ ਗਿਆ ਉਹ ਸਿੱਖੀ 'ਚ ਕਾਮਯਾਬ ਹੋ ਜਾਂਦਾ। ਪਰ ਧਨ ਪਰ ਦਾਰਾ ਪਰ ਹਰੀ, ਤਿਨ ਕਾ ਨਿਕਟ ਬਸੈ ਨਰ ਹਰੀ, ਭਗਤ ਨਾਮਦੇਵ ਜੀ। पर धन को माटी कर माने, पर ती मात समान, इतने पर भी हर ना मिले तो तुलसीदास जमान। तुलसीदास कहते हैं, कहते मैं जाम नहीं भरदा। ਜਿਹੜਾ ਪਰਾਏ ਧਨ ਨੂੰ ਮਿੱਟੀ ਕਰਕੇ ਜਾਣਦਾ ਹੈ ਤੇ ਪਰਾਈ ਤੀ ਨੂੰ ਮਾਤਾ ਸਮਾਨ ਜਾਣਦਾ ਹੈ, ਕਹਿਣਗੇ ਰੱਬ ਉਹ ਤੋਂ ਦੂਰ ਨਹੀਂ, ਰੱਬ ਉਹਦੇ ਨੇੜੇ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਇਹੀ ਗੱਲ ਪੁੱਛਣਾ ਚਾਹੁੰਦੇ ਨੇ, ਦੱਸੋ ਭਾਈ ਤੁਸੀਂ ਕਿਵੇਂ ਜਾਣਦੇ ਉਸ ਧਨ ਨੂੰ? ਤੇ ਵੇਖੋ ਕਮਾਈ ਵਾਲੇ ਸਿੱਖ ਸਨ, ਕਹਿਣਗੇ ਮਹਾਰਾਜ ਅਸੀਂ ਇਸ ਧਨ ਨੂੰ, ਜਿਹੜਾ ਕਿ ਪਰਾਇਆ ਧਨ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ, ਜਾ ਕੇ ਕੰਚਨ ਮਾਟੀ ਮਾਨੈ। ਸੋਨੇ ਨੂੰ ਮਿੱਟੀ ਮੰਨਣਾ, ਹੁਣ ਸੋਨਾ ਰਹਿਣਾ ਤੇ ਸੋਨਾ ਹੀ ਹੈ, ਪਰ ਆਪਣਾ ਨਜ਼ਰੀਆ ਬਦਲਣਾ ਪੈਣਾ। ਜਿਹੜਾ ਸੋਨੇ ਨੂੰ ਮਿੱਟੀ ਕਰਕੇ ਮੰਨਦਾ ਉਹ ਪਾਸ ਹੋ ਜਾਂਦਾ। ਕਿਸੇ ਦਾ ਮੋਬਾਈਲ ਡਿੱਗਿਆ ਪਿਆ, ਪਰਸ ਡਿੱਗਿਆ ਪਿਆ, ਪੈਸੇ ਡਿੱਗੇ ਪਏ ਨੇ, ਜੇ ਬੰਦਾ ਦੇਖ ਲਵੇ, ਜਿਹਨੇ ਸਿੱਖੀ ਨੂੰ ਕਮਾਉਣਾ ਉਹਦੀ ਗੱਲ ਹੈ, ਤੇ ਜੋ ਕਹੇ ਕਿ ਮੇਰੇ ਗੁਰੂ ਦਾ ਹੁਕਮ ਹੈ, ਮੇਰਾ ਨਹੀਂ, ਇਹ ਨੁਕਸਾਨ ਕਰੇਗਾ, ਇਹ ਮੇਰੀ ਰੂਹਾਨੀਅਤ ਦੀ ਜ਼ਿੰਦਗੀ 'ਚ ਬੜੀ ਵੱਡੀ ਖਲਬਲੀ ਪੈਦਾ ਕਰ ਦੇਗਾ, ਕਹੇਗਾ ਮੇਰਾ ਨਹੀਂ, ਇਹ ਤਾਂ ਮਿੱਟੀ ਸਮਾਨ ਹੈ, ਉਹ ਚੁੱਕੇਗਾ ਵੀ ਨਹੀਂ ਉਹਨੂੰ, ਉਹ ਵੇਖੇ ਤੱਕ ਨਹੀਂ, ਉਹ ਅੱਗੇ ਨਿਕਲ ਜਾਏਗਾ। ਉਹਦੀ ਅਵਸਥਾ ਉੱਚੀ ਹੋ ਗਈ ਹੈ ਨਾ, ਉਹਦੀ ਪਕੜ ਉਨੀ ਘਟ ਗਈ, ਜਿੰਨੀ ਪਕੜ ਘਟੀ ਜਾਏਗੀ ਉਨੀ ਅਵਸਥਾ ਉੱਚੀ ਹੋਈ ਜਾਣੀ ਹੈ। ਕਹਿਣਗੇ ਮਹਾਰਾਜ ਅਸੀਂ ਉਹਨੂੰ ਜ਼ਹਿਰ ਕਰਕੇ ਇਉਂ ਜਾਣਦੇ ਹਾਂ ਜਿਵੇਂ ਸ਼ਿਵ ਜੀ ਦੇ ਪ੍ਰਸ਼ਾਦ ਨੂੰ ਮੰਨੀਦਾ। ਪੁਰਾਣਾ 'ਚ ਲਿਖਿਆ ਹੈ ਕਿ ਜਿਹੜਾ ਸ਼ਿਵਾਂ ਦਾ ਪ੍ਰਸ਼ਾਦ ਉਹਦੇ ਹਿੱਸੇ ਦਾ ਜਿਹੜਾ ਕੱਢਿਆ ਜਾਂਦਾ ਨਾ, ਕੋਈ ਖਾ ਨਹੀਂ ਸਕਦਾ, ਉਹ ਨਹੀਂ ਖਾ ਸਕਦਾ। ਜੇ ਖਾਧਾ ਜਾਏ ਤੇ ਨਾਲ ਹੀ ਬਾਹਰ ਆ ਜਾਏਗਾ, ਉਲਟੀ ਆ ਜਾਏਗੀ, ਉਹ ਪਚੇਗਾ ਨਹੀਂ, ਉਹ ਕਿਸੇ ਨੂੰ ਪਚਦਾ ਨਹੀਂ। ਸਤਿਗੁਰੂ ਜਿਹੜਾ ਤੁਹਾਡਾ ਅਸੀਂ ਦਸਵੰਧ ਇਕੱਠਾ ਕਰਦੇ ਆ ਨਾ, ਉਹਨੂੰ ਅਸੀਂ ਇੱਕ ਜ਼ਹਿਰ ਦੀ ਤਰ੍ਹਾਂ ਜਾਣਦੇ ਹਾਂ ਜੀ। ਸੁਣ ਸ਼੍ਰੀ ਮੁਖ ਤੇ ਬਾਕ ਉਚਾਰਾ, ਕਰੋ ਜੇ ਇਮ ਤੁਮ ਹੋਏ ਉਧਾਰ। ਸਤਿਗੁਰੂ ਬੜੇ ਪ੍ਰਸੰਨ ਹੋਏ, ਕਹਿਣਗੇ ਵਾਹ, ਜੇ ਵਾਕਿਆ ਤੁਸੀਂ ਉਸ ਧਨ ਨੂੰ ਜ਼ਹਿਰ ਕਰਕੇ ਮੰਨਦੇ ਹੋ, ਇਹ ਤੁਹਾਨੂੰ ਸਿੱਖੀ ਦੀ ਪ੍ਰਾਪਤੀ ਹੋਈ। ਦੇਖੋ ਜਿਨ੍ਹਾਂ ਨੇ ਗੁਰੂ ਦੀ ਖੁਸ਼ੀ ਲੈਣੀ ਹੈ ਨਾ, ਜ਼ਰੂਰੀ ਨਹੀਂ ਹੁੰਦਾ ਵੀ ਬਹੁਤ ਪੈਸਾ ਖਰਚੀਏ ਤਾਂ ਗੁਰੂ ਦੀ ਖੁਸ਼ੀ ਮਿਲਦੀ ਹੈ, ਕੋਈ ਹੋਰ ਵੱਡਾ ਕੋਈ ਸੋਨਾ ਚਾਂਦੀ ਦਾਨ ਕਰੀਏ ਤਾਂ ਗੁਰੂ ਦੀ ਖੁਸ਼ੀ ਮਿਲਦੀ ਹੈ। ਗੁਰੂ ਦੀ ਖੁਸ਼ੀ ਜੇ ਗੁਰੂ ਦਾ ਬਚਨ ਮੰਨ ਲਈਏ, ਦੇਖੋ ਜਿਨ੍ਹਾਂ ਨੇ ਗੁਰੂ ਦੀ ਖੁਸ਼ੀ ਲੈਣੀ ਹੋਵੇ ਉਹ ਪਾਣੀ ਦੇ ਘੁੱਟ ਤੋਂ ਵੀ ਲੈ ਲੈਂਦੇ ਨੇ, ਭਾਈ ਸਾਧੂ ਵਰਗੇ ਗੁਰੂ ਦੀ ਖੁਸ਼ੀ। ਤੇ ਜਿਨ੍ਹਾਂ ਨੂੰ ਗੁਰੂ ਦੀ ਖੁਸ਼ੀ ਨਾ ਲੈਣੀ ਹੋਵੇ ਉਹ ਲੱਖਾਂ ਰੁਪਈਏ ਲਾ ਕੇ ਵੀ ਖੁਸ਼ੀ ਨਹੀਂ ਲੈ ਸਕਦੇ। ਮੇਰੇ ਸਤਿਗੁਰੂ ਪ੍ਰਸੰਨ ਹੋ ਗਏ, ਕਹਿਣਗੇ ਜੇ ਵਾਕਿਆ ਹੀ ਤੁਸੀਂ ਇਸ ਤਰ੍ਹਾਂ ਮੰਨਦੇ ਹੋ ਉਸ ਧਨ ਨੂੰ ਜ਼ਹਿਰ ਕਰਕੇ, ਇਹ ਕੋਈ ਸ਼ੱਕ ਵੀ ਨਹੀਂ ਇਹ ਮਿੱਠਾ ਜ਼ਹਿਰ ਹੈ। ਪੁਰਾਣੇ ਸਮਿਆਂ 'ਚ ਨਾ ਜਦੋਂ ਵਿਰੋਧੀ ਨੂੰ ਮਾਰਨਾ ਹੁੰਦਾ ਸੀ ਤੇ ਮਿੱਠਾ ਜ਼ਹਿਰ ਉਹਨਾਂ ਨੇ ਕਿਤਾਬ ਦੇ ਪੰਨਿਆਂ ਤੇ ਲਾ ਦੇਣਾ, ਗ੍ਰੰਥਾਂ ਦੇ ਪੰਨਿਆਂ ਤੇ ਉਹ ਗ੍ਰੰਥ ਨੂੰ ਦੇ ਦੇਣਾ, ਕਿਸੇ ਤਰੀਕੇ ਨਾਲ ਪਹੁੰਚਾ ਦੇਣਾ। ਹੁਣ ਜਦੋਂ ਉਹਦਾ ਵਰਕਾ ਥਲਣਾ ਹੈ, ਬੰਦਾ ਮੂੰਹ 'ਚ ਉਂਗਲ ਪਾ ਕੇ ਗਿੱਲੀ ਕਰਕੇ ਥਲਦਾ ਹੈ, ਏਦਾਂ ਥਲਦੇ ਰਹਿਣਾ 6 ਮਹੀਨਿਆਂ ਸਾਲ ਬਾਅਦ ਉਹਦਾ ਮਾਸ ਹੱਡੀਆਂ ਤੋਂ ਵੱਖਰਾ ਹੋ ਜਾਂਦਾ ਸੀ। ਮਿੱਠਾ ਜ਼ਹਿਰ ਹੁੰਦਾ ਸੀ, ਇਹ ਮਿੱਠਾ ਜ਼ਹਿਰ ਹੈ, ਇੱਕਦਮ ਅਸਰ ਨਹੀਂ ਕਰਦਾ, ਹੌਲੀ ਹੌਲੀ ਮਾਰਦਾ। ਇਵੇਂ ਗੁਰੂ ਕਾ ਪੂਜਾ ਦਾ ਧਾਨ ਵੀ ਹੌਲੀ ਹੌਲੀ ਜਿਹੜਾ ਉਹ ਖਤਮ ਕਰ ਦਿੰਦਾ, ਬੰਦੇ ਨੂੰ ਅੰਦਰੋਂ ਆਤਮਕ ਮੌਤੇ ਮਾਰ ਦਿੰਦਾ। ਤੇ ਮੇਰੇ ਪਾਤਸ਼ਾਹ ਨੇ ਜਿਹੜੇ ਬਚਨ ਕਹੇ, ਕਹਿਣਗੇ ਜੇ ਵਾਕਿਆ ਹੀ ਤੁਸੀਂ ਇਸ ਤਰ੍ਹਾਂ ਮੰਨਦੇ ਹੋ ਇਹ ਜ਼ਹਿਰ ਹੈ, ਇਹ ਤੁਹਾਡਾ ਉਧਾਰ ਹੋਵੇਗਾ ਜੀ। ਪੈੜਾ ਸਿੱਖ ਸੱਜਲ ਤਿਸ ਜਾਤੀ, ਕੰਦੂ ਸੰਗਰ ਹੈ ਜਾਤਿਓ ਪਾਤੀ। ਦੋ ਸਿੱਖ ਹੋਰ ਆਏ ਨੇ, ਇੱਕ ਦਾ ਨਾਂ ਆਇਆ ਛੱਜਲ ਜਾਤੀ ਦਾ ਪੈੜਾ ਸਿੱਖ, ਤੇ ਦੂਜਾ ਤੰਦੂ ਸੰਗਰ ਨਾਂ ਦਾ। ਇਹ ਹੁਣ ਦੋ ਸਿੱਖ ਹੋਰ ਆਏ ਹਨ ਜੀ। ਸ਼੍ਰੀ ਅਰਜਨ ਕੋ ਬੰਦਨ ਕੀਨ, ਪੁਨ ਅਰਦਾਸ ਕਰੀ ਹੋਏ ਦੀਨ। ਉਹਨਾਂ ਨੇ ਆ ਕੇ ਬੰਦਨਾ ਕੀਤੀ ਹੈ ਤੇ ਫਿਰ ਆਪਣੀ ਵਿਥਿਆ ਦੱਸਦੇ ਆ। ਫਿਰ ਉਹ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕਰਨ ਤੋਂ ਬਾਅਦ ਬੇਨਤੀ ਇਉਂ ਕਰਦੇ ਹਨ ਜੀ ਕਿ ਹਮਰੋ ਹੋਵੈ ਕਲਿਆਣ, ਸ਼੍ਰੀ ਗੁਰਦੇਹੋ ਉਪਦੇਸ਼ ਬਖਾਨ। ਸਤਿਗੁਰੂ ਜੀ ਸਾਨੂੰ ਇਹੋ ਜਿਹਾ ਉਪਦੇਸ਼ ਕੋਈ ਬਖਸ਼ੋ
ਜਿਹਦੇ ਨਾਲ ਸਾਡੀ ਕਲਿਆਣ ਹੋਵੇ ਜੇ। ਸਤਿਗੁਰ ਕਹਿਓ ਸੁਧ ਹਸਰ ਨਾਵੋ, ਸ਼ਬਦ ਵਿਚਾਰੋ ਗੁਰਮਤਿ ਪਾਵੋ। ਦੇਖੋ ਮੇਰੇ ਸਤਿਗੁਰੂ ਦਾ ਮੁਕਤੀ ਦਾ ਮਾਰਗ ਕਿਹੋ ਜਿਹਾ ਹੈ। ਕਹਿੰਦੇ ਮਹਾਰਾਜ ਉਪਦੇਸ਼ ਕੋਈ ਦਿਓ, ਸਾਡੀ ਕਲਿਆਣ ਹੋ ਜਾਵੇ। ਤੇ ਮੇਰੇ ਪਾਤਸ਼ਾਹ ਉਸ ਵਕਤ ਜਿਹੜੀ ਉਹ ਕਾਰ ਸੇਵਾ ਕਰਾ ਰਹੇ ਨੇ ਸਾਰੀ, ਕਹਿਣ ਲੱਗੇ ਭਾਈ ਇਸ ਸੁਧਾ ਸਰ ਦੇ ਵਿੱਚ ਨਹਾਇਓ ਤੇ ਨਾਲ ਸ਼ਬਦ ਵਿਚਾਰੋ ਗੁਰਮਤਿ ਪਾਵੋ। ਸ਼ਬਦ ਦੀ ਵਿਚਾਰ ਕਰਕੇ ਉਹਦੇ ਵਿੱਚੋਂ ਗੁਰਮਤਿ ਦੀ ਪ੍ਰਾਪਤੀ ਕਰਿਓ ਤੇ ਨਾਲ ਇਸ਼ਨਾਨ ਕਰਿਓ। ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਵਿਖੜਿਆ ਥਾਓ ਲੰਘਾਵਾ ਮੇਰਾ ਸਤਿਗੁਰ, ਸੁਖ ਸਹਿ ਛੇਤੀ ਕਰ ਜਾਤੇ। ਝਾਲਾ ਗਏ ਉਠ ਨਾਮ ਜਪ ਨਿਸਬਾਸੁਰ ਆਰਾਧ, ਕਾਰਾ ਤੁਝੇ ਨਾ ਵਿਆਪੇ ਨਾਨਕ ਮਿਟਿਆ ਉਪਾਦ। ਵੱਡੜਾ ਝਾਲ ਝਲੁੰਬੜਾ, ਨਾਵੜਾ ਲਈਆ ਕਿਸ, ਨਾਉ ਲਈਆ ਪਰਮੇਸ਼ਰ ਹੈ ਭੰਨਣ ਘੜਨ ਸਮਰੱਥ। ਕਹਿਣਗੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਿਓ ਤੇ ਸ਼ਬਦ ਦੀ ਵਿਚਾਰ ਕਰਕੇ ਗੁਰਮਤਿ ਨੂੰ ਪਾਉਣਾ ਕਰਨਾ ਜੀ। ਗੁਰ ਸਿੱਖਨ ਕੀ ਸੇਵਾ ਕਰੀਐ ਹੈ, ਤਜ ਹੰਕਾਰ ਨਿਮਰਤਾ ਧਰੀਐ ਹੈ। ਸਿੱਖ ਗੁਰੂ ਦੀ ਖੁਸ਼ੀ ਤਾਂ ਲੈਣੀ ਚਾਹੁੰਦਾ ਪਰ ਜੁਗਤੀ ਨਹੀਂ ਵਰਦਾ। ਗੁਰੂ ਦਾ ਵਾਸਾ ਭਲਾ ਕਿੱਥੇ ਹੈ? ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ। ਗੁਰੂ ਦਾ ਵਾਸਾ ਗੁਰਸਿੱਖਾਂ ਦੇ ਅੰਦਰ ਹੈ। ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਬਚਨ ਨੇ, ਕਹਿਣ ਲੱਗੇ ਸਾਡੀ ਆਤਮਾ ਗੁਰੂ ਗ੍ਰੰਥ ਵਿੱਚ ਤੇ ਸਾਡਾ ਸਰੀਰ ਗੁਰੂ ਪੰਥ ਵਿੱਚ ਹੈ। ਜਿਨਨੇ ਸਾਡੇ ਦਰਸ਼ਨ ਕਰਨੇ ਨੇ ਉਹ ਗੁਰਸਿੱਖਾਂ ਦੇ ਦਰਸ਼ਨ ਕਰੇ, ਤੇ ਜਿਨਨੇ ਸਾਡੇ ਨਾਲ ਗੱਲਾਂ ਕਰਨੀਆਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੇ। ਸਿੱਖ ਤੇ ਗੁਰੂ 'ਚ ਕੋਈ ਫਰਕ ਨਹੀਂ ਹੁੰਦਾ, ਗੁਰਮੁਖੋ ਪਰ ਹੋਵੇ ਸਿੱਖ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ, ਉਹ ਬੰਦਾ ਕਾਮਯਾਬ ਹੋ ਜਾਂਦਾ ਹੈ ਜਿਹੜਾ ਗੁਰਸਿੱਖਾਂ ਦੀ ਖੁਸ਼ੀ ਲੈ ਲੈਂਦਾ। ਅਸੀਂ ਗੁਰਸਿੱਖਾਂ ਨੂੰ ਇੱਕ ਪਾਸੇ ਕਰ ਦਿੰਦੇ ਹਾਂ, ਗੁਰੂ ਕੀ ਸੰਗਤ ਨੂੰ ਇੱਕ ਪਾਸੇ ਕਰ ਦਿੰਦੇ ਹਾਂ ਤੇ ਕਹਿੰਦੇ ਸਤਿਗੁਰੂ ਕਿਰਪਾ ਕਰੋ। ਦੇਖੋ ਮੇਰੇ ਪਾਤਸ਼ਾਹ ਨੇ ਇੱਕ ਇਹੋ ਜਿਹਾ ਬਣਾਇਆ ਹੋਇਆ ਮਾਰਗ ਜਿਹੜਾ ਗੁਰਸਿੱਖਾਂ ਦੇ ਵਿੱਚੋਂ ਲੰਘ ਕੇ ਆਇਆ, ਜਿਹੜਾ ਗੁਰਸਿੱਖਾਂ ਤੇ ਸੰਗਤਾਂ ਵਿੱਚੋਂ ਪਾਸ ਹੋ ਗਿਆ। ਜਿਹਨੂੰ ਗੁਰਸਿੱਖਾਂ ਤੇ ਸੰਗਤਾਂ ਨੇ ਪਾਸ ਕਰਤਾ ਉਹਨੂੰ ਗੁਰੂ ਪ੍ਰਵਾਨ ਕਰ ਲੈਂਦਾ ਹੈ। ਮੇਰੇ ਪਾਤਸ਼ਾਹ ਨੇ ਬਚਨ ਕੀਤੇ, ਕਹਿਣ ਲੱਗੇ ਭਾਈ ਸਾਡੇ ਸਿੱਖਾਂ ਦੀ ਸੇਵਾ ਕਰਿਓ, ਨਾਲ ਹੰਕਾਰ ਛੱਡਣਾ ਹੈ ਤੇ ਨਿਮਰਤਾ ਧਾਰਨ ਕਰਨੀ ਹੈ। ਤਿੰਨ ਚੀਜ਼ਾਂ ਨੇ ਰੱਬ ਨੂੰ ਪਾਉਣ ਲਈ। ਨੰਬਰ 1 ਸਿਮਰਨ ਕਰਨਾ, ਨਾਮ ਜਪਣਾ। ਨੰਬਰ 2 ਇਹ ਮਹਾਂਪੁਰਸ਼ਾਂ ਦੇ ਬਚਨ ਨੇ, ਸਿਮਰਨ ਕਰਨਾ, ਨਾਮ ਜਪਣਾ। ਦੂਜਾ ਹੰਕਾਰ ਨਾ ਕਦੇ ਕਰਨਾ, ਤੇ ਤੀਜਾ ਹਮੇਸ਼ਾ ਭਲਾ ਮਨਾਉਣਾ, ਭਾਣੇ 'ਚ ਰਹਿਣਾ। ਬਸ ਇਹ ਤਿੰਨੇ ਗੁਣ ਇਹੋ ਜਿਹੇ ਨੇ ਜਿਹੜੇ ਰੱਬ ਦੇ ਘਰ ਲੈ ਜਾਂਦੇ ਆ, ਤਿੰਨੇ। ਤੇ ਮੇਰੇ ਪਾਤਸ਼ਾਹ ਇਹ ਦੈਵੀ ਗੁਣ ਰੱਬੀ ਗੁਣ ਹਨ, ਤੇ ਮਿਲਦੇ ਕਿੱਥੋਂ ਹੈ? ਘਰੇ ਬੈਠਿਆਂ ਨਹੀਂ ਮਿਲਣੇ, ਕਿਸੇ ਗ੍ਰੰਥ ਵਿੱਚੋਂ ਨਹੀਂ ਮਿਲਣੇ, ਇਹ ਸੰਗਤ ਰੂਪੀ ਮੰਡੀ ਵਿੱਚੋਂ ਮਿਲਦੇ ਆ। ਦਇਆ, ਧਰਮ, ਧੀਰਜ, ਸਾਸਨ, ਤੋਖ, ਖਿਮਾ, ਨਿਮਰਤਾ, ਇਹ ਰੱਬੀ ਦੈਵੀ ਗੁਣ ਹਨ, ਰੱਬੀ ਗੁਣ ਨੇ, ਤੇ ਇਹਨਾਂ ਦੀ ਪ੍ਰਾਪਤੀ ਗੁਰਮੁਖੋ ਸੰਗਤ ਵਿੱਚੋਂ ਹੁੰਦੀ ਹੈ। ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਗੁਰਸਿੱਖਾਂ ਦੀ ਸੇਵਾ ਕਰਿਓ, ਨਿਮਰਤਾ ਧਾਰਨ ਕਰਿਓ ਤੇ ਹੰਕਾਰ ਨੂੰ ਛੱਡ ਦਿਆ ਜੀ। ਹੰਕਾਰ, ਇੱਕ ਕੱਲਾ ਹੰਕਾਰ ਇਹੋ ਜਿਹਾ ਔਗਣ ਹੈ ਜਿਹੜਾ ਰੱਬ ਨੂੰ ਪਾਉਂਦਾ ਨਹੀਂ। ਬਚਨ ਰੋਜ਼ ਪੜ੍ਹਦੇ ਆ, ਕਿਹੜਾ? ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਜਿਹਦੇ ਅੰਦਰ ਅਹੰਕਾਰ ਤੇ ਜਿਹੜਾ ਨਿੰਦਿਆ ਕਰਦਾ ਹੈ, ਗੁਰੂ ਤੇ ਪ੍ਰਮਾਤਮਾ ਕਦੇ ਉਹਦੇ ਵੱਲ ਮੁਖ ਨਹੀਂ ਕਰਦੇ, ਉਧਰ ਪਿੱਠ ਹੋ ਜਾਂਦੀ ਹੈ। ਨਾਮ ਦਿਓ ਮੁਖ ਲਾਇਆ, ਨਾਮ ਦਿਓ ਉਹਦਾ ਭਾਵ ਭਗਤੀ ਕਰਨ ਵਾਲੇ, ਉਧਰ ਰੱਬ ਦਾ ਤੇ ਗੁਰੂ ਦਾ ਮੁਖ ਹੋ ਜਾਂਦਾ ਹੈ। ਜਿਹੜਾ ਨਿੰਦਿਆ ਕਰਦਾ ਤੇ ਅਹੰਕਾਰ ਕਰਦਾ, ਹਰ ਜੀਓ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਜਿਹੜੀ ਹਉਮੈ ਹੈ ਨਾ ਗੁਰਮੁਖੋ ਬੜੀ ਛੱਡਣੀ ਔਖੀ ਹੈ। ਪਤਾ ਕਿਉਂ? ਤੁਸੀਂ ਸਾਰੇ ਜਾਣਦੇ ਹੋ ਜਮਾਂਦਰੂ ਰੋਗ ਦਾ ਇਲਾਜ ਬੜਾ ਔਖਾ ਹੁੰਦਾ ਜੀ। ਜਮਾਂਦਰੂ ਰੋਗ ਦਾ ਇਲਾਜ ਬੜਾ ਔਖਾ ਹੈ, ਉਹ ਨਹੀਂ ਜਾਂਦਾ, ਪਰ ਜੇ ਰੱਬ ਚਾਹੇ ਚਲਾ ਜਾਂਦਾ। ਇਹ ਹਉਮੈ ਜਮਾਂਦਰੂ ਰੋਗ ਹੈ। ਪਤਾ ਕਿਵੇਂ? ਜਿਨ ਰਚ ਰਚਿਆ ਪੁਰਖ ਵਿਧਾਤਾ, ਨਾਲੇ ਹਉਮੈ ਪਾਈ। ਜਿਸ ਵਾਹਿਗੁਰੂ ਨੇ ਤੇਰੀ ਰਚਨਾ ਕੀਤੀ, ਇਹਨਾਂ ਨਾਲ ਹਉਮੈ ਵੀ ਨਾਲ ਹੀ ਰੱਖ ਦਿੱਤੀ। ਇਹ ਜਨਮ ਤੋਂ ਸਾਡੇ ਨਾਲ ਜਮਾਂਦਰੂ ਰੋਗ ਹੈ, ਪਰ ਗੁਰੂ ਕਿਰਪਾ ਕਰੇ, ਜਿਹੜਾ ਗੁਰੂ ਦੇ ਬਚਨਾਂ ਦੇ ਪਹਿਰਾ ਦਿੰਦਾ ਹੈ, ਉਹਦੇ ਅੰਦਰੋਂ ਇਹ ਔਗਣ ਨਸ ਜਾਂਦਾ ਹੈ। ਜੇ ਮੇਰੇ ਪਾਤਸ਼ਾਹ ਨੇ ਕਿਰਪਾ ਕੀਤੀ, ਗੁਰਸਿੱਖਾਂ ਦੀ ਕਰਿਓ ਸੇਵਾ, ਹੰਕਾਰ ਭੁੱਲ ਕੇ ਨਾ ਕਰਿਓ, ਤੇ ਅੰਦਰ ਨਿਮਰਤਾ ਧਾਰਨ ਕਰਨੀ ਜੀ। ਜੇ ਸਤਿਗੁਰ ਤੀਸਰ ਪਾਤਸ਼ਾਹ, ਹਮਰੇ ਪਿਤਾ ਹਕਾਰੇ ਪਾਹ। ਇੱਕ ਦਿਨ ਤੀਸਰੇ ਪਾਤਸ਼ਾਹ ਨੇ ਸਾਡੇ ਗੁਰਦੇਵ ਮੇਰੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ
ਆਪਣੇ ਕੋਲ ਬੁਲਾਇਆ ਸੀ ਜੀ। ਕਹਿਓ ਬਚਨ ਕਲ ਜੁਗ ਕੇ ਜੀਵ ਸਗਰੀ ਸ਼ਕਤ ਬਹੀਨੇ ਥੀਵ। ਗੁਰੂ ਰਾਮਦਾਸ ਪਾਸ਼ਾ ਨੂੰ ਤੀਸਰੇ ਪਾਸ਼ਾ ਨੇ ਬਚਨ ਕਹਿਣ ਲੱਗੇ ਇਹ ਸਾਰੇ ਕਲਯੁਗੀ ਜੀਵ ਹਨ ਤੇ ਇਹ ਸ਼ਕਤੀਆਂ ਤੋਂ ਰਹਿਤ ਹੋ ਗਏ ਨੇ ਸਭ ਤਰ੍ਹਾਂ ਦੀਆਂ, ਇਹ ਸ਼ਕਤੀਆਂ ਤੋਂ ਹੀਣੇ ਹੋ ਗਏ ਹਨ ਜੀ। ਇੱਕ ਤੋਂ ਭਈ ਆਰਜਾ ਛੋਟੀ ਹੀਨ ਪਦਾਰਥ ਬੁੱਧੀ ਮੋਟੀ। ਇੱਕ ਤਾਂ ਉਮਰਾਂ ਬੜੀਆਂ ਘਟ ਗਈਆਂ, ਸਤਯੁਗ ਵਿੱਚ ਉਮਰ ਹੁੰਦੀ ਸੀ ਲੱਖ ਵਰਾ, ਤ੍ਰੇਤੇ ਵਿੱਚ ਹੋ ਗਈ ਗੁਰਮੁਖੋ ਫਿਰ 10,000 ਸਾਲ 10 ਗੁਣਾ ਘਟ ਗਈ, ਦੁਆਪਰ ਚ 10 ਗੁਣਾ ਘਟ ਗਈ 1000 ਸਾਲ ਰਹਿ ਗਈ ਤੇ ਹੁਣ 100 ਵਰਾ। ਆ ਬਾਹਰ ਦੇ ਮੁਲਕਾਂ ਦਾ 100 ਨੂੰ ਲਾਗੇ ਛਾਗੇ ਪੜ ਜਾਂਦੇ ਨੇ ਤੇ ਬਾਕੀ ਇੰਡੀਆ ਵਿੱਚ ਤਾਂ 60-70 ਤੱਕ ਮਸਾਂ ਐਵਰੇਜ ਰਹਿ ਗਈ, 100 ਸਾਲ ਦੀ ਉਮਰ ਹੈ। ਤੇ ਗੁਰਮੁਖੋ 4 ਪੈਰ ਬੰਦੇ ਨੇ ਸੌਂ ਕੇ ਲੰਘਾਤੇ ਤੇ 4 ਪੈਰ ਕੰਮ ਕਰ ਕਰਕੇ ਲੰਘਾਤੇ ਤੇ ਰੱਬ ਦਾ ਨਾਮ ਕਦੋਂ ਜਪਿਆ ਪਰ ਸ਼ਕਤੀ ਹੀਣੇ ਹੋ ਗਏ ਨਾ। ਫਰੀਦਾ 4 ਗਵਾਇਆ ਹੰਡ ਕਹਿ 4 ਗਵਾਇਆ ਸਮ, ਲੇਖਾ ਰੱਬ ਮੰਗੇਸਿਆ ਤੋਂ ਆਹੋਂ ਕਿਹੜੇ ਕੰਮ, ਕੋਈ ਵਕਤ ਤੇ ਰਹਿ ਨਹੀਂ ਗਿਆ। ਇਹ ਗੱਲ ਤਾਂ ਮਹਾਰਾਜ ਦੱਸਦੇ ਪੈਣੇ, ਕਹਿਣ ਲੱਗੇ ਸਾਰੇ ਸ਼ਕਤੀਆਂ ਤੋਂ ਹੀਣੇ ਹੋ ਗਏ, ਉਮਰਾਂ ਛੋਟੀਆਂ ਹੋ ਗਈਆਂ ਤੇ ਜਿਹੜੇ ਇਹ ਪਦਾਰਥ ਖਾਂਦੇ ਆ ਨਾ, ਹੁਣ ਜਿਹੋ ਜਿਹਾ ਖਾਣਾ ਹੋ ਗਿਆ ਇਹਨਾਂ ਲੋਕਾਂ ਦਾ ਕਲਯੁਗ ਜੀਵਾਂ ਦਾ, ਬੁੱਧ ਮੋਟੀ ਹੋ ਗਈ ਇਹਨਾਂ ਦੀ। ਖਾਣੇ ਦਾ ਬੜਾ ਵੱਡਾ ਰੋਲ ਹੈ, ਜੈਸਾ ਅੰਨ ਵੈਸਾ ਮਨ। 3 ਤਰ੍ਹਾਂ ਦੀਆਂ ਬਿਰਤੀਆਂ ਨੇ, ਰਜੋ ਤਮੋ ਤੇ ਸਤੋ, ਤੇ 3 ਤਰ੍ਹਾਂ ਦੇ ਖਾਣੇ ਨੇ। ਜੇ ਰਜੋ ਤੁਸੀਂ ਖਾਣਾ ਖਾਓਗੇ ਤੇ ਰਾਜਸੀ ਬਿਰਤੀ ਬਣੇਗੀ, ਰਾਜਿਆਂ ਮਹਾਰਾਜਿਆਂ ਵਾਲੀ, ਐਸ਼ੋ ਰਾਮ ਵਾਲੀ, ਨੌਕਰਾਂ ਚਾਕਰਾਂ ਵਾਲੀ। ਜੇ ਤਮੋ ਖਾਣਾ ਖਾਓਗੇ ਤਮੋ ਬਿਰਤੀ ਤੁਹਾਡੀ ਬਣ ਜਾਏਗੀ, ਕਰੋਧੀ ਬਿਰਤੀ, ਬਿਆ ਖਾਣਾ ਜਾਂ ਝੂਠਾ ਖਾਣਾ, ਇਹ ਤਮੋ ਬਿਰਤੀ ਵਾਲਾ ਖਾਣਾ ਹੈ। ਇੱਕ ਆ ਸਾਂਤਕੀ ਬਿਰਤੀ ਵਾਲਾ, ਰੁੱਖੀ ਸੁੱਖੀ ਖਾਏਗਾ, ਠੰਡਾ ਪਾਣੀ ਪੀਓ, ਇਹ ਸਾਂਤਕੀ ਬਿਰਤੀ ਵਾਲਾ ਖਾਣਾ। ਗੁਰੂ ਘਰਾਂ ਵਿੱਚ ਤਾਂ ਹੀ ਲੰਗਰ ਤੇ ਦਾਲ ਦਾ ਪ੍ਰਸ਼ਾਦਾ, ਅੱਜ ਵੀ ਇਹ ਮਰਿਆਦਾ ਗੋਇੰਦਵਾਲ ਸਾਹਿਬ ਚੱਲਦੀ ਆ, ਬਾਕੀ ਸਭ ਥਾਵਾਂ ਤੇ ਚੇਂਜ ਹੋ ਗਈ। ਇਹਦਾ ਕਾਰਨ ਸੀ ਬੜਾ ਵੱਡਾ, ਜੈਸਾ ਅੰਨ ਵੈਸਾ ਮਨ। ਖਾਣੇ ਦਾ ਸਾਡੇ ਸਰੀਰ ਤੇ ਬਿਰਤੀ ਤੇ ਬੜਾ ਵੱਡਾ ਅਸਰ ਪੈਂਦਾ ਤੇ ਮੇਰੇ ਪਾਸ਼ਾ ਕਹਿਣ ਲੱਗੇ ਹੀਨ ਪਦਾਰਥ ਖਾਣ ਕਰਕੇ ਇਹਨਾਂ ਲੋਕਾਂ ਦੀ ਇੱਕ ਤਾਂ ਉਮਰ ਤਾਂ ਛੋਟੀ ਹੋ ਹੀ ਗਈ, ਇਹ ਬੁੱਧੀ ਵੀ ਮੋਟੀ ਹੋ ਗਈ ਹੈ ਜੀ। ਕਰ ਨਾ ਸਕਹਿ ਸਭ ਤੀਰਥ ਮੱਜਨ, ਬਿਦ ਸੋ ਦਾਨ ਦੇਹ ਨਹਿ ਸਵਜਨ। ਕਹਿਣ ਲੱਗੇ 68 ਤੀਰਥਾਂ ਦੇ ਇਸ਼ਨਾਨ ਜੇ ਕਰਨਾ ਹੋਵੇ, ਉਮਰ ਬੜੀ ਥੋੜੀ ਹੈ, ਸਾਧਨ ਬੜੇ ਘੱਟ ਨੇ, ਬੁੱਧੀ ਮੋਟੀ ਹੋ ਗਈ, ਸ਼ਕਤੀ ਤੋਂ ਹੀਣੇ ਹੋ ਗਏ। ਤੇ ਗਰੀਬ ਨਵਾਜ ਪਾਸ਼ਾ ਕਹਿਣ ਲੱਗੇ ਇਹ ਹੁਣ ਜਾ ਕੇ ਉਹਨਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਨਹੀਂ ਕਰ ਸਕਦੇ, ਤੇ ਦੂਜਾ ਭਲਿਆਂ ਪੁਰਸ਼ਾਂ ਨੂੰ ਇਹ ਦਾਨ ਵੀ ਨਹੀਂ ਦੇ ਸਕਦੇ। ਅਕਲੀ ਕੀਚਾ ਦਾਨ, ਜੇ ਅਕਲ ਨਾਲ ਦਾਨ ਕੀਤਾ ਜਾਵੇ ਗੁਰਮੁਖੋਂ ਫਲਦਾ ਹੈ, ਜੇ ਸਮਝ ਨਾ ਹੋਵੇ ਸੂਝ ਨਾ ਹੋਵੇ। ਗੁਰੂ ਕਲਗੀਧਰ ਮਹਾਰਾਜਿਆਂ ਦੇ ਬਚਨ ਨੇ, ਕਹਿਣ ਲੱਗੇ ਜਿਨ੍ਹਾਂ ਨੇ ਦਾਨ ਕਰਨਾ ਮੇਰੇ ਖਾਲਸੇ ਨੂੰ ਦਾਨ ਕਰੇ, ਮੇਰੇ ਖਾਲਸੇ ਨੂੰ, ਉਹਨਾਂ ਨੂੰ ਦਾਨ ਕਰੇ, ਹੋਰ ਨਹੀਂ ਕਿਸੇ ਨੂੰ। ਮਹਾਰਾਜ ਦੇ ਬਾਣੀ ਦੇ ਬਚਨ ਨੇ, ਅਕਲੀ ਸਾਹਿਬ ਸੇਵੀ ਹੈ ਪਰ ਅਕਲੀ ਕੀਚਾ ਦਾਨ। ਅਕਲ ਤੋਂ ਬਿਨਾਂ ਦਾਨ ਵੀ ਨਹੀਂ ਹੋ ਸਕਦਾ ਗੁਰਮੁਖੋ, ਨਹੀਂ ਤੇ ਬੰਦਾ ਸਭ ਕੁਝ ਕਰਕੇ ਹਾਥੀ ਦੇ ਇਸ਼ਨਾਨ ਵਾਲੀ ਗੱਲ ਬਣ ਜਾਂਦੀ ਹੈ। ਹਾਥੀ ਇਸ਼ਨਾਨ ਕਰਕੇ ਫਿਰ ਕੇ ਮਿੱਟੀ ਉਹਦੇ ਉੱਤੇ ਪਾ ਲੈਂਦਾ। ਤੀਰਥ ਬਰ ਤਰ ਦਾਨ ਕਰ ਮਨ ਮੈਂ ਧਰਿਆ ਗਮਾਨ, ਉਹ ਕੁੰਚਰ ਦੇ ਇਸ਼ਨਾਨ ਵਾਲੀ ਗੱਲ ਹੀ ਹੈ। ਸਤਿਗੁਰੂ ਜੀ ਕਹਿਣ ਲੱਗੇ ਨਾ ਤੇ ਜਾ ਕੇ ਤੀਰਥਾਂ ਤੇ ਇਸ਼ਨਾਨ ਮੱਜਨ ਕਰ ਸਕਦੇ ਐ ਤੇ ਨਾ ਆਪਣੀ ਬੁੱਧੀ ਅਨੁਸਾਰ ਭਲਿਆ ਪੁਰਸ਼ਾਂ ਨੂੰ ਇਹ ਦਾਨ ਹੀ ਦੇ ਸਕਦੇ ਹਨ ਜੀ। ਇਸ ਕਾਰਨ ਤੇ ਤੀਰਥ ਮਹਾ ਮਦਰ ਦੇਸ਼ ਮਹਿ ਰਚਿਆ ਇਹਾਂ। ਤੀਸਰੇ ਪਾਸ਼ਾ ਚੌਥੇ ਪਾਸ਼ਾ ਨੂੰ ਬਚਨ ਦੱਸ ਰਹੇ ਨੇ, ਕਹਿ ਲਗੇ ਹੁਣ ਤੁਸੀਂ ਮਦਰ ਦੇਸ਼ ਜਾਓ, ਪੰਜਾਬ ਦੀ ਉਹ ਧਰਤੀ ਤੇ ਜਾਓ ਤੇ ਉੱਥੇ ਜਾ ਕੇ ਤੁਸੀਂ ਇੱਕ ਇਹੋ ਜਿਹਾ ਅੰਮ੍ਰਿਤ ਸਰੋਵਰ ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਰਚਨਾ ਕਰੋ ਜੀ। ਤੀਨ ਲੋਕ ਕੇ ਤੀਰਥ ਜੋਏ, ਸਭ ਕੋ ਫਲ ਇਸ਼ਨਾਨ ਤੇ ਹੋਏ। 3 ਲੋਕ ਧਰਤੀ ਪਤਾਲ ਆਕਾਸ਼, ਤਿੰਨਾਂ ਲੋਕਾਂ ਦੇ ਤੀਰਥਾਂ ਦਾ ਫਲ ਜਿਹੜਾ ਹੈ ਉਹ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ ਪ੍ਰਾਪਤ ਹੋਵੇਗਾ। ਦੇਖੋ ਗੁਰਮੁਖੋ, ਇਹ ਮੁਕਤੀ ਦਾ ਸਰ ਬਣਾਇਆ, ਮੁਕਤ ਸਰ। ਮੁਕਤ ਸਰ ਇਕੱਲਾ ਇੱਕ ਨਹੀਂ, ਉੱਥੇ ਮੁਕਤਸਰ ਸਾਹਿਬ 40 ਮੁਕਤੀਆਂ ਵਾਲਾ। ਸਾਡੇ ਸਤਿਗੁਰਾਂ ਨੇ ਬੜੇ ਮੁਕਤੀ ਦੇ ਸਰ ਬਣਾਏ ਨੇ, ਇਹ ਵੀ ਮੁਕਤੀ ਦਾ ਸਰ ਹੈ। ਸ਼੍ਰੀ ਗੋਇੰਦਵਾਲ ਸਾਹਿਬ ਵੀ ਮੁਕਤੀ ਦਾ ਸਰ ਹੈ, ਸੰਨ ਸਾਹਿਬ ਵੀ ਮੁਕਤੀ ਦਾ ਸਰ ਹੈ। ਘਰ ਬਹਿ ਕੇ ਨਾਮ ਜਪਣਾ ਜੁਗਤੀ ਦੁਆਰਾ ਗੁਰੂ ਕੇ ਬਚਨਾਂ ਅਨੁਸਾਰ ਉਹ ਵੀ ਮੁਕਤੀ ਦਾ ਸਰ ਹੈ। ਬੜੇ ਮੁਕਤੀ ਦੇ ਦੁਆਰ ਮੇਰੇ ਪਾਤਸ਼ਾਹ ਨੇ ਖੋਲੇ ਨੇ। ਕਹਿਣਗੇ ਜਿਹੜਾ ਇਹਦੇ ਚ ਆ ਕੇ ਇਸ਼ਨਾਨ ਕਰੇਗਾ ਉਹਨੂੰ ਸਾਰਿਆਂ ਤੀਰਥਾਂ ਦਾ
फल प्राप्त होवेगा जी। इस थल थिहु बतायो जबै हमरे पिता खनायो तब। ਇਹ ਬਚਨ ਗੁਰੂ ਅਰਜਨ ਸਾਹਿਬ ਜੀ ਸਿੱਖਾਂ ਨੂੰ ਦੱਸਦੇ ਪਏ ਨੇ ਕਿ ਫਿਰ ਸਾਡੇ ਪਿਤਾ ਜੀਆਂ ਨੇ ਇਸ ਥਾਂ ਨੂੰ ਲੱਭਿਆ ਤੇ ਇੱਥੇ ਸਰੋਵਰ ਬਣਾਉਣ ਵਾਸਤੇ ਇਹਦੀ ਖਦਵਾਈ ਸ਼ੁਰੂ ਕੀਤੀ ਜੀ। श्री अमृतसर राख्यो नाम चतुर पदार्थ को नित धाम। ਕਹਿਣ ਲੱਗੇ ਫਿਰ ਉਹਨਾਂ ਨੇ ਇਹਦਾ ਨਾਮ ਰੱਖਿਆ ਅੰਮ੍ਰਿਤਸਰ, ਅੰਮ੍ਰਿਤ ਦਾ ਸਰੋਵਰ। ਤੇ ਜੇ ਤੁਸੀਂ ਇਹ ਸਾਰੀ ਕਥਾ, ਪਿਛਲੀ ਸਾਰੀ ਕਥਾ ਅੰਮ੍ਰਿਤਸਰ ਸਾਹਿਬ ਦੀ ਪੜ੍ਹਨੀ ਹੋਵੇ ਨਾ, ਹੁਣ ਮੈਂ ਕੋਸ਼ਿਸ਼ ਤੇ ਕਰਨੀ ਸੀ ਵੈਸੇ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਾਂਸ਼ੀ ਗਏ ਨਾ, 6ਵੇਂ ਪਾਤਸ਼ਾਹ ਨੇ ਮਾਇਆ ਵਰਤਾਈ ਵੀ ਘੋੜੇ ਖਰੀਦ ਕੇ ਲਿਆਓ ਕਾਬਲ ਕੰਧਾਰ ਤੋਂ। ਮਾਇਆ ਵਰਤਾਤੀ, ਉਹ ਮੋਹਰਾਂ ਠੀਕਰੀਆਂ ਬਣ ਗਈਆਂ। ਫਿਰ ਭਾਈ ਗੁਰਦਾਸ ਜੀ ਕਾਂਸ਼ੀ ਦੌੜ ਗਏ, ਉੱਥੇ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਉੱਥੋਂ ਦੇ ਸਾਰਿਆਂ ਪੰਡਤਾਂ ਨੇ ਰਲ ਕੇ ਫਿਰ ਭਾਈ ਗੁਰਦਾਸ ਜੀ ਕੋਲੇ ਆਏ। ਉਹਨਾਂ 3 ਸਵਾਲ ਰੱਖੇ ਸੀ ਭਾਈ ਗੁਰਦਾਸ ਜੀ ਅੱਗੇ। ਕਹਿਣਗੇ ਦੱਸੋ ਸਾਨੂੰ ਵਾਹਿਗੁਰੂ ਮੰਤਰ ਗੁਰੂ ਨਾਨਕ ਪਾਤਸ਼ਾਹ ਨੇ ਕਿਉਂ ਜਪਣ ਵਾਸਤੇ ਦਿੱਤਾ ਹੈ, ਜਦ ਕਿ ਪਹਿਲਾਂ ਹੋਰ ਬੜੇ ਮੰਤਰ ਨੇ। ਨੰਬਰ 2 ਕਹਿਣਗੇ 4 ਵੇਦ ਨੇ, 6 ਸ਼ਾਸਤਰ ਨੇ, 27 ਸਿਮਰਤੀਆਂ ਨੇ, 18 ਪੁਰਾਣ ਨੇ, 108 ਉਪਨਿਸ਼ਦਾਂ ਨੇ, ਕਿੰਨੀਆਂ ਹੋਰ ਇਹੋ ਜਿਹੇ ਗ੍ਰੰਥ ਨੇ। ਇਹਨਾਂ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਦੀ ਕੀ ਲੋੜ ਪੈ ਗਈ? ਤੇ ਤੀਜਾ ਜਿਹੜਾ ਉਹਨਾਂ ਦਾ ਸਵਾਲ ਸੀ ਕਿ ਅੰਮ੍ਰਿਤਸਰ ਦੀ ਇੰਨੀ ਮਹਿਮਾ ਕਿਉਂ ਤੁਸੀਂ ਦੱਸਦੇ ਹੋ, ਸਾਨੂੰ ਦੱਸੋ। ਉਹਨਾਂ ਸ਼ਰਤ ਇਹ ਰੱਖੀ ਵੀ ਇਹਨਾਂ 3 ਸਵਾਲਾਂ ਦੇ ਜਵਾਬ ਸਾਨੂੰ ਵੇਦਾਂ, ਸ਼ਾਸਤਰਾਂ, ਪੁਰਾਣਾਂ ਚੋਂ ਪ੍ਰਮਾਣ ਲੈ ਕੇ ਸਾਨੂੰ ਦੱਸੋ। ਤੇ ਫਿਰ ਭਾਈ ਗੁਰਦਾਸ ਜੀ ਨੇ 3 ਸਵਾਲਾਂ ਦੇ ਜਵਾਬ ਬਾ ਕਮਾਲ ਉਹਨਾਂ ਨੂੰ ਦੱਸੇ। ਤੇ ਜੇ ਇਤਿਹਾਸ ਪੜ੍ਹਨਾ ਹੋਵੇ ਤੇ 6ਵੇਂ ਪਾਤਸ਼ਾਹ ਦਾ ਇਤਿਹਾਸ ਤੁਸੀਂ ਪੜ੍ਹ ਲੈਣਾ, ਉਹਦੇ 'ਚ ਸਾਰਾ ਪ੍ਰਸੰਗ ਆਏਗਾ। ਹੈਰਾਨ ਹੋ ਜਾਂਦਾ ਬੰਦਾ ਕਿ ਵਾਕਈ ਵੀ ਅੰਮ੍ਰਿਤਸਰ ਦੀ ਇੰਨੀ ਮਹਿਮਾ ਕਿਉਂ ਹੈ। ਸਾਰੇ ਦੇਵੀ ਦੇਵਤੇ, ਜਿੰਨੇ ਰਿਸ਼ੀ ਮੁਨੀ, ਸਭ ਸ਼ਕਤੀਆਂ ਦਾ ਵਾਸਾ ਉੱਥੇ ਸਾਰੇ ਸਮਾਏ ਹੋਏ ਨੇ। ਉਹ ਸਾਰੀ ਕਥਾ ਅਸੀਂ ਦੇਖ ਸਕਦੇ ਹਾਂ, ਪੜ੍ਹ ਸਕਦੇ ਹਾਂ। ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਇਹਦਾ ਨਾਮ ਉਹਨਾਂ ਫਿਰ ਅੰਮ੍ਰਿਤਸਰ ਰੱਖਿਆ, ਜਿੱਥੇ 4 ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। 4 ਪਦਾਰਥ ਕਿਹੜੇ? 4 ਪਦਾਰਥ ਜੇ ਕੋਈ ਮੰਗਿਆ ਸਾਧਨਾ ਕੀ ਸੇਵਾ ਲਾਗੇ ਪੜ੍ਹਦੇ ਆਪਾਂ, ਧਰਮ, ਅਰਥ, ਕਾਮ ਤੇ ਮੋਖ। ਧਰਮ ਤੋਂ ਮਤਲਬ ਧਰਮ, ਧਰਮ ਦੀ ਪ੍ਰਾਪਤੀ। ਕਾਮ ਤੋਂ ਭਾਵ ਕਾਮਨਾਵਾਂ। ਅਰਥ ਤੋਂ ਭਾਵ ਸਾਡੀ ਆਰਥਿਕ ਹਾਲਤ। ਤੇ ਮੋਖ ਤੋਂ ਭਾਵ ਮੁਕਤੀ। ਧਰਮ ਵੀ ਮਿਲ ਗਿਆ, ਕਾਮਨਾਵਾਂ ਵੀ ਪੂਰੀਆਂ ਹੋ ਗਈਆਂ, ਪੈਸਾ ਵੀ ਮਿਲ ਗਿਆ ਤੇ ਮੁਕਤੀ ਵੀ ਹੋ ਗਈ। ਇਹਨੂੰ 4 ਪਦਾਰਥ ਕਹਿੰਦੇ ਆ। ਕਹਿਣਗੇ ਸਾਡੇ ਪਿਤਾ ਜੀਆਂ ਨੇ ਇਹਦਾ ਨਾਮ ਅੰਮ੍ਰਿਤਸਰ ਰੱਖਿਆ, ਜਿੱਥੋਂ 4 ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ ਜੀ। काशी यादक तीर्थ सब इसकी शरण रहें पर अब। ਕਾਸ਼ੀ ਇੱਕ ਬਹੁਤ ਵੱਡਾ ਤੀਰਥ ਹੈ। ਕਹਿੰਦੇ ਨੇ ਸਾਰੀ ਧਰਤੀ ਦਾ ਸੈਂਟਰ ਇੱਥੇ ਆਉਂਦਾ ਕਾਸ਼ੀ 'ਚ। ਇਹਦੀ ਵੀ ਕਥਾ ਬੜੀ ਰੌਚਕ ਹੈ। ਇਸ ਕਰਕੇ ਤੀਰਥ ਦੀ ਬੜੀ ਮਹਾਨਤਾ ਦੱਸੀ ਕਾਸ਼ੀ ਦੀ। ਤੇ ਮਹਾਰਾਜ ਜੀ ਕਹਿਣਗੇ ਕਾਸ਼ੀ ਆਦਿਕ ਜਿਹੜੇ ਹੋਰ ਵੀ ਇਹੋ ਜਿਹੇ ਤੀਰਥ ਨੇ, ਉਹ ਸਾਰੇ ਇਸ ਸਰੋਵਰ ਦੇ ਵਿੱਚ ਸਮਾਏ ਹੋਏ ਹਨ ਜੀ। बरत है काल कली को घोर किसकी हत्या को न शोर। ਕਹਿਣਗੇ ਘੋਰ ਕਲਯੁਗ ਦਾ ਸਮਾਂ ਆਇਆ ਹੋਇਆ, ਅੱਗੇ ਹੋਰ ਵੀ ਆਏਗਾ ਤੇ ਕੋਈ ਵੀ ਬੰਦਾ ਇੱਕ ਦੂਜੇ ਨੂੰ ਮਾਰਨ ਤੋਂ ਬਿਨਾ ਨਹੀਂ ਰਹਿ ਸਕੇਗਾ ਜੀ। बरत दान तब तीर्थ जेते करे निवास इसी में तेते। ਵਰਤ, ਦਾਨ, ਤੀਰਥ ਇਹ ਸਾਰੇ ਕਹਿਣਗੇ ਇਹਦੇ ਵਿੱਚ ਨਿਵਾਸ ਕਰਨਗੇ। ਇਸ ਕੁਝ ਕਰਨ ਦੀ ਲੋੜ ਨਹੀਂ ਪੈਣੀ। ਪਿੱਛੇ ਬਚਨ ਅਸੀਂ ਪੜ੍ਹ ਹੀ ਆਏ ਹਾਂ। ਬੁੱਧੀ ਮੋਟੀ ਹੋਣ ਕਰਕੇ ਬੰਦਾ ਇਹ ਕੁਝ ਨਹੀਂ ਕਰ ਸਕੇਗਾ, ਆਪੋ ਆਪਣੀ ਮਰਜ਼ੀ ਅਨੁਸਾਰ ਕਰਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਸਾਰਿਆਂ ਦਾ ਨਿਵਾਸਾ ਇਹਨਾਂ ਤੀਰਥਾਂ ਦਾ ਵੀ। ਇਹ ਕਹਿਣ ਲੱਗੇ ਅੱਜ ਦੇ ਤੀਰਥ ਨੇ, ਵਰਤ ਨੇ, ਦਾਨ ਆਦਿਕ ਜਿੰਨੇ ਨੇ, ਇਹ ਸਾਰੇ ਸਰੋਵਰ ਵਿੱਚ, ਇਸ ਤੀਰਥ ਵਿੱਚ ਨਿਵਾਸ ਕਰਨਗੇ ਜੀ। ਜਗਤ ਨਾਥ ਇਹ ਹੋਏ ਵਿਸਾਲਾ ਗੰਗਾ ਲੋਪ ਹੋਏ ਜਿਸ ਕਾਲ। ਸਾਰਿਆਂ ਤੀਰਥਾਂ ਤੋਂ ਵੱਡਾ ਸ਼੍ਰੋਮਣੀ ਤੀਰਥ ਹੋਵੇਗਾ। ਸ਼੍ਰੋਮਣੀ ਤੀਰਥ ਤੇ ਜਗਤ ਦਾ ਨਾਥ ਹੋਵੇਗਾ। ਜਿੰਨੇ ਜਗਤ ਦੇ ਤੀਰਥ ਇਸ਼ਨਾਨ ਨਾ ਸਥਾਨ ਨੇ, ਉਹਨਾਂ ਸਾਰਿਆਂ ਦਾ ਜਗਤ ਪਿਤਾ ਹੋਵੇਗਾ। ਤੇ ਕਹਿਣਗੇ ਗੰਗਾ ਨੂੰ ਬੜਾ ਮਹਾਨ ਤੀਰਥ ਮੰਨਿਆ ਗਿਆ ਹੈ, ਉਹਦਾ ਇਸ਼ਨਾਨ ਬੜਾ ਮਹਾਨ ਮੰਨਿਆ ਗਿਆ, ਕਿਉਂਕਿ ਗੰਗਾ ਦੇ ਪਾਣੀ ਵਿੱਚ, ਗੰਗੋਤਰੀ ਤੋਂ ਨਿਕਲਦੀ ਹਿਮਾਲਿਆ ਦੀਆਂ ਪਹਾੜੀਆਂ ਤੋਂ ਕਿੰਨੀਆਂ ਜੜੀਆਂ ਬੂਟੀਆਂ, ਇਹੋ ਜਿਹੇ ਪੱਥਰ, ਇਹੋ ਜਿਹੇ ਪਦਾਰਥ, ਕਿੰਨੀਆਂ ਧਾਤਾਂ ਦੇ ਵਿੱਚੋਂ ਪਾਣੀ ਰਗੜ ਰਗੜ ਕੇ ਆਉਂਦਾ ਹੈ। ਉਸ ਪਾਣੀ 'ਚ ਬੜੀ ਬਰਕਤ ਹੈ। ਤੇ ਕਹਿੰਦੇ ਨੇ ਗੰਗਾ 'ਚ ਹੱਡੀਆਂ ਪੈ ਜਾਣ ਤੇ ਉਹ ਪਾਣੀ ਬਣ ਜਾਂਦੀਆਂ। ਉਹ ਬੜਾ ਔਸ਼ਧੀ ਵਾਲਾ ਪਾਣੀ ਵੀ ਹੈ ਗੰਗਾ। ਇਸ ਕਰਕੇ ਸਾਫ਼ ਤੇ ਪਾਵਨ ਪਵਿੱਤਰ ਉਹਨੂੰ ਮੰਨਿਆ ਗਿਆ। ਅਸਲੀ ਉਹਦੇ ਔਸ਼ਧੀ ਗੁਣਾ ਕਰਕੇ ਵੀ ਹੈ। ਫਿਰ ਦੂਜਾ, ਕਿੰਨੇ ਰਿਸ਼ੀ ਮੁਨੀ ਅਵਤਾਰ ਅੱਜ ਵੀ ਹਿਮਾਲਿਆ ਦੀਆਂ ਪਹਾੜੀਆਂ ਦੇ ਪਤਾ ਨਹੀਂ ਕਿੰਨੇ ਰੱਬੀ ਪਿਆਰੇ ਬੈਠੇ ਹੈ।
ਉਹ ਸਾਰੇ ਉੱਚ ਇਸ਼ਨਾਨ ਕਰਦੇ ਐ ਤੇ ਬਾਣੀ ਦੇ ਬਚਨ ਪੜ੍ਹਦੇ ਆ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ ਪਰੈ ਹਮਰਾ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਤੇ ਸਾਧੂ ਮਹਾਂਪੁਰਸ਼ਾਂ ਦਾ ਨਿਵਾਸਾ ਹੀ ਹੁੰਦਾ ਉੱਥੇ, ਦਰਿਆਵਾਂ ਦੇ ਕੰਢਿਆਂ ਤੇ, ਨਦੀਆਂ ਦੇ ਕਿਨਾਰਿਆਂ ਤੇ, ਉੱਥੇ ਰਹਿੰਦੇ ਇਸ਼ਨਾਨ ਕਰਦੇ ਆ। ਇਸ ਕਰਕੇ ਵੀ ਉਸ ਗੰਗਾ ਦੇ ਪਾਣੀ 'ਚ ਬੜੀ ਭਾਰੀ ਬਰਕਤ ਹੈ। ਕਹਿਣਗੇ ਜਦੋਂ ਗੰਗਾ ਦਾ ਪਾਣੀ ਵੀ, ਗੰਗਾ ਵੀ ਜਦੋਂ ਲੋਪ ਹੋ ਜਾਵੇਗੀ ਨਾ, ਤੇ ਜਿਹੜੇ ਲੋਕ ਗੰਗਾ ਤੇ ਜਾਣ ਵਾਲੇ ਨੇ, ਕਹਿਣ ਲੱਗੇ ਉਹਨਾਂ ਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਪਏਗੀ, ਗੰਗਾ ਵੀ ਇਹਨਾਂ 'ਚ ਸਮਾ ਜਾਵੇਗੀ ਜੀ। ਕੋ ਸੁਣ ਲਓ ਇਸਕੇ ਚੌਫੇਰੇ, ਸੰਤ ਰਿਖੀਆਂ ਕੇ ਥਿਰ ਹਵੈਂ ਡੇਰੇ। ਇਹਦੇ 4 ਸਵੇਰੇ ਰਿਸ਼ੀ ਜਨ ਸੰਤ ਮਹਾਤਮਾ ਆ ਕੇ ਡੇਰੇ ਲਾ ਲੈਣਗੇ ਜੀ। ਜਾਂ ਤੇ ਕਰੋ ਤਾਲ ਇਸ਼ਨਾਨ, ਤੁਮਰੀ ਹੋਵੇਗੀ ਕਲਿਆਣ। ਇਸ ਕਰਕੇ ਭਾਈ ਇਹਦੇ ਵਿੱਚ ਆ ਕੇ ਇਸ਼ਨਾਨ ਕਰਿਓ। ਉਹ ਦੋਨਾਂ ਸਿੱਖਾਂ ਨੂੰ ਮਾਰੇ ਕਹਿ ਰਹੇ ਨੇ, ਹੋਰ ਵੀ ਸੰਗਤਾਂ ਬੈਠੀਆਂ, ਇਸ਼ਨਾਨ ਕਰੋਗੇ ਤੁਹਾਡੀ ਕਲਿਆਣ ਹੋਵੇਗੀ ਜੀ। ਗੁਰਪੂਰੇ ਕੇ ਸੁੰਦਰ ਬੈਨ, ਸਿੱਖਣ ਸੁਣ ਮਨ ਉਪਜੋ ਚੈਨ। ਗੁਰੂ ਦੇ ਬਚਨ ਬੜੇ ਮਨੋਹਰ ਹਨ, ਬੜੇ ਸੁੰਦਰ, ਮਨ ਨੂੰ ਬੜੇ ਸਕੂਨ ਦੇਣ ਵਾਲੇ ਗੁਰੂ ਕੇ ਬਚਨ। ਜਿਉਂ-ਜਿਉਂ ਸੁਣਦੇ ਨੇ ਉਹਨਾਂ ਨੂੰ ਚੈਨ ਆ ਰਿਹਾ, ਸ਼ਾਂਤੀ ਆ ਰਹੀ ਹੈ। ਸਤਿਗੁਰ ਆਇਓ ਸਰਨ ਤੁਹਾਰੀ, ਮਿਲਿਆ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਖਮਾਰੀ। ਗੁਰੂ ਕੇ ਬਚਨਾਂ ਦੀ ਇਹ ਤਾਕਤ ਹੈ। ਤੇ ਧਿਆਨ ਦੇਣਾ, ਬਾਣੀ ਵੀ ਗੁਰੂ ਕੇ ਬਚਨ ਹੈ। ਜਦੋਂ ਸਿੱਖ ਕਿਤੇ ਬਹੁਤੀ ਚਿੰਤਾ ਵਿੱਚ ਘਿਰ ਜਾਵੇ, ਬਹੁਤੇ ਝੋਰਿਆਂ ਵਿੱਚ ਹੋਵੇ, ਤੇ ਉਦੋਂ ਮਾਰ ਕੇ ਚੌਂਕੜਾ ਗੁਰੂ ਕੇ ਬਚਨਾਂ ਤੇ ਧਿਆਨ ਦੇਵੇ। ਜੇ 1 ਸੈਕਿੰਡ ਦੇ 100ਵੇਂ ਹਿੱਸੇ ਜਿੰਨਾ ਵੀ ਮਨ ਟਿਕ ਗਿਆ, ਸਾਰੀ ਟੈਨਸ਼ਨ ਨੱਥ ਜਾਂਦੀ ਹੈ। ਬਾਣੀ ਦੀ ਵੀ ਤਾਕਤ ਹੈ ਨਾ, ਗੁਰੂ ਕੇ ਮੰਤਰ ਵਿੱਚ ਵੀ ਤਾਕਤ ਹੈ। ਪੜ੍ਹਦੇ ਪੜ੍ਹਦੇ ਵੇਖੋ, ਤੁਸੀਂ ਸਾਰੇ ਬੈਠੇ ਹੋ, ਭਾਵਾਂ ਕਿ ਹਰ ਬੰਦੇ ਦਾ ਸਵਾਲ ਹੁੰਦਾ, ਮਨ ਤੇ ਟਿਕਦਾ ਨਹੀਂ, ਬਾਣੀ ਪੜ੍ਹਨ ਦੀ ਕੀ ਲੋੜ ਹੈ। ਜਦੋਂ ਮਨ ਟਿਕ ਗਿਆ ਤੁਹਾਨੂੰ ਨਹੀਂ ਪਤਾ ਲੱਗਣਾ, ਉਦੋਂ ਪਤਾ ਲੱਗੂ ਜਦੋਂ ਮਨ ਉਸ ਅਵਸਥਾ ਤੋਂ ਬਾਹਰ ਆਏਗਾ। ਸਰੀਰ, ਸਮਾਂ ਤੇ ਸਥਾਨ ਦਾ ਪਤਾ ਨਹੀਂ ਲੱਗਦਾ। ਉਹ ਚੀਜ਼ ਨੂੰ ਅਨੁਭਵ ਕਰ ਸਕਦੇ ਆ, ਨਾਲ ਨਾਲ ਬਿਆਨ ਨਹੀਂ ਕਰ ਸਕਦੇ। ਤੇ ਜਿਹੜਾ ਉਸ ਅਨੁਭਵ ਨੂੰ ਦੇਖਦਾ ਵੀ ਹੈ, ਮਹਿਸੂਸ ਵੀ ਕਰਦਾ ਹੈ, ਤੇ ਨਾਲ ਨਾਲ ਬਿਆਨ ਵੀ ਕਰ ਸਕਦਾ, ਉਹਨੂੰ ਕਹਿੰਦੇ ਅਵਤਾਰ। ਉਹ ਅਵਤਾਰ ਸ਼੍ਰੇਣੀ ਚ ਆਉਂਦੇ। ਅਵਤਾਰਾਂ 'ਚ ਪਾਵਰ ਹੈ, ਆਮ ਬੰਦੇ 'ਚ ਨਹੀਂ। ਜਿਹੜਾ 2.5 ਘੰਟੇ ਦਾ ਨਿਤਨੇਮ ਆਪਾਂ ਨੂੰ ਗੁਰੂ ਨੇ ਬਖਸ਼ਿਆ ਨਾ, ਜਦੋਂ 2.5 ਘੰਟੇ ਸਿੱਖ ਸਮਾਂ ਕੱਢਦਾ, ਉਹਦੇ ਵਿੱਚੋਂ ਇੱਕ ਸਮਾਂ ਜ਼ਰੂਰ ਆਉਂਦਾ ਜਦੋਂ ਮਨ ਟਿਕਦਾ, ਪਰ ਤੁਹਾਨੂੰ ਨਹੀਂ ਪਤਾ ਲੱਗਣਾ। ਟਿਕੇ ਮਨ ਵਿੱਚ ਉਹ ਆਨੰਦ ਹੀ ਆਪਾਂ ਲੈ ਸਕਦੇ ਹਾਂ, ਦੱਸਿਆ ਨਹੀਂ ਜਾ ਸਕਦਾ। ਟਿਕਦਾ ਜ਼ਰੂਰ ਹੈ, ਗੁਰੂ ਸਾਹਿਬ ਕਿਰਪਾ ਕਰਦੇ ਆ। ਤੇ ਜਿਉਂ-ਜਿਉਂ ਗੁਰੂ ਕੇ ਬਚਨ ਸੁਣਦੇ ਆ ਨਾ, ਉਹਨਾਂ ਦੇ ਮਨ ਅੰਦਰ ਚਾਅ ਤੇ ਪ੍ਰੇਮ ਪੈਦਾ ਹੋ ਰਿਹਾ ਹੈ ਜੀ। ਮਹਿਮਾ ਸੁਣੀ ਸੁਧਾ ਸਰ ਕੇਰੀ, ਜੋ ਸਤਿਗੁਰ ਨਿਜ ਮੁਖ ਤੇ ਟੇਰੀ। ਮੇਰੇ ਪਾਸ਼ਾ ਆਪਣੇ ਪਾਵਨ ਪਵਿੱਤਰ ਮੁਖਾਰਬੰਦ ਤੋਂ ਇਸ ਅੰਮ੍ਰਿਤ ਸਰੋਵਰ ਦੀ ਮਹਿਮਾ ਸਤਿਗੁਰੂ ਬਿਆਨ ਕਰਦੇ ਨੇ, ਕਿਉਂਕਿ ਮੇਰੇ ਪਾਸ਼ਾ ਦੀ ਮਹਿਮਾ ਆਪ ਚੰਗੀ ਤਰ੍ਹਾਂ ਜਾਣਦੇ। ਹੁਣ ਆਪਾਂ ਬਿਆਨ ਕਰੀਏ ਤੇ ਗੱਲ ਹੋਰ ਹੈ, ਆਪਾਂ ਨੂੰ ਬਹੁਤਾ ਪਤਾ ਨਹੀਂ। ਵੇਖੋ, ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬਹੁਤ ਐਸੀਆਂ ਥਾਵਾਂ ਨੇ, ਬਹੁਤ ਐਸੀਆਂ ਕਲਾਕਾਰੀਆਂ ਨੇ, ਬਹੁਤ ਐਸੀਆਂ ਕਹਿ ਲਈਏ ਵੀ ਕੁਝ ਗੱਲਾਂ ਨੇ ਜਿਹੜੀਆਂ ਸਾਨੂੰ ਪਤਾ ਨਹੀਂ। ਆਮ ਗੁਰੂ ਘਰ ਦਾ ਗੁੰਬਜ ਉੱਚਾ ਹੁੰਦਾ ਹੈ, ਪਰ ਹਰਿਮੰਦਰ ਸਾਹਿਬ ਦਾ ਗੁੰਬਜ ਥੱਲੇ ਥੋੜਾ ਨੀਵਾਂ ਹੈ, ਜਿਵੇਂ ਪਾਣੀ 'ਚ ਕਮਲ ਹੁੰਦਾ ਹੈ। ਅਸਲ ਵਿੱਚ ਉਹ ਪਾਣੀ 'ਚ ਕਮਲ ਦਿਖਾਇਆ ਹੋਇਆ। ਜੇ ਤੁਸੀਂ ਵਾਕਿਆ ਹੀ ਹਰਿਮੰਦਰ ਸਾਹਿਬ ਦੀ ਕੱਲੀ ਕੱਲੀ ਚੀਜ਼ ਨੂੰ ਵਾਚਣਾ ਚਾਹੁੰਦੇ ਹੋ, ਤੇ ਤੁਸੀਂ ਇੱਕ ਕਿਤਾਬ ਪੜ੍ਹ ਸਕਦੇ ਹੋ, ਉਹਦਾ ਨਾਮ ਹੈ ਹਰਿਮੰਦਰ ਦਰਸ਼ਨ। ਉਹ ਲਿਖੀ ਹੋਈ ਹੈ ਭਾਈ ਸਾਹਿਬ ਭਾਈ ਸਰੂਪ ਸਿੰਘ ਅਲੱਗ ਦੀ, ਜਿਹੜੀ ਕਿ ਫ੍ਰੀ ਆਫ ਕੋਸਟ ਹੈ। ਕਦੇ ਪੜ੍ਹ ਕੇ ਦੇਖਿਓ, ਬੰਦਾ ਹੈਰਾਨ ਹੋ ਜਾਂਦਾ ਵੀ ਕਮਾਲ ਹੋ ਗਈ, ਸਾਨੂੰ ਪਤਾ ਹੀ ਨਹੀਂ, ਇੰਨੇ ਸਾਲ ਹੋ ਗਏ ਜਾਂਦਿਆਂ ਨੂੰ ਜਾਂ ਦੇਖਦਿਆਂ ਨੂੰ। ਕੱਲੀ ਕੱਲੀ ਚੀਜ਼ ਉਹਨੇ ਖੋਲ ਕੇ ਉਹਦਾ ਵਿਸਤਾਰ ਕੀਤਾ ਹੋਇਆ। ਸਰੋਵਰ ਕਿੰਨਾ ਡੂੰਘਾ ਹੈ, ਕਿੰਨੇ ਫੁੱਟ ਚੜਾਈ ਹੈ, ਕਿੰਨੀ ਲੰਬਾਈ ਹੈ, ਕਿੰਨੇ ਥੱਲੋਂ ਖਾਨੇ ਰੱਖੇ ਹੋਏ ਨੇ। ਉਸ ਡਿਉੜੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ 84 ਕਦਮ ਨੇ, ਉਹ 84 ਇੱਕ ਹਿਸਾਬ ਦੀਆਂ ਪੌੜੀਆਂ ਨੇ। ਬਹੁਤ ਕੁਝ ਹੋਰ ਵੀ ਹੈ ਜਿਹੜਾ ਅਸੀਂ ਪੜ੍ਹ ਸਕਦੇ ਹਾਂ, ਸਮਝ ਸਕਦੇ ਹਾਂ। ਸੋ ਕੋਸ਼ਿਸ਼ ਤਾਂ ਕੀਤੀ ਸੀ ਇਹ ਪ੍ਰਸੰਗ ਸਾਰਾ ਪੂਰਾ ਹੋ ਜਾਵੇ, ਪਰ ਪ੍ਰਸੰਗ ਵਿੱਚ ਰਹਿ ਗਿਆ। ਖਿਮਾ ਦਾ ਜਾਚਕਾਂ ਸਮਾਂ ਅੱਗੇ ਇਜਾਜ਼ਤ ਨਹੀਂ ਦਿੰਦਾ। ਸਤਿਗੁਰੂ ਕਿਰਪਾ ਰਹਿਮਤ ਬਖਸ਼ਿਸ਼ ਕਰਨਾ। ਇਹੀ ਅਰਦਾਸ ਬੇਨਤੀ ਕਰਿਓ ਕਿ ਕਥਾ ਕਰਨ ਦੀ ਜਾਚ ਆ ਜਾਏ। ਦੂਸਰੀ ਵਾਰ ਆਪ ਜੀਆਂ ਦੇ ਸਨਮੁਖ ਹੋ ਕੇ ਹਾਜ਼ਰੀ ਭਰੀ ਹੈ, ਔਰ ਜਾਣ ਦਾ ਸਮਾਂ ਨੇੜੇ ਹੈ। 23 ਅਕਤੂਬਰ ਨੂੰ ਦਾਸ ਨੇ ਤੁਹਾਡੇ ਤੋਂ ਆਗਿਆ ਲੈ ਲੈਣੀ ਹੈ, ਤੇ ਤਕਰੀਬਨ 24 ਅਪ੍ਰੈਲ ਤੋਂ ਲੈ ਕੇ 23 ਅਕਤੂਬਰ ਤੱਕ ਇਹਨਾਂ ਸੇਵਾਵਾਂ ਨੂੰ ਨਿਭਾਉਂਦਿਆਂ ਹੋਇਆਂ ਪਤਾ ਨਹੀਂ ਕਿੰਨੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਅਣਜਾਣ ਬੱਚਿਆਂ ਤੋਂ। ਸੰਗਤ ਬਖਸ਼ਣਯੋਗ ਹੈ, ਸਤਿਗੁਰੂ ਬਖਸ਼ਣਯੋਗ ਨੇ।
ਆਪ ਸਾਰਿਆਂ ਨੇ ਬੇਹੱਦ ਪਿਆਰ ਦਿੱਤਾ, ਬੱਚਿਆਂ ਨੇ, ਬਜ਼ੁਰਗਾਂ ਨੇ, ਸਾਰੀਆਂ ਸੰਗਤਾਂ ਨੇ। ਔਰ ਜਿੰਨਾ ਵੀ ਹੋ ਸਕਿਆ ਆਪਣੇ ਵੱਲੋਂ ਸਭ ਦਾ ਸਤਿਕਾਰ ਕਰਨ ਦਾ ਯਤਨ ਕੀਤਾ ਹੈ, ਸਭ ਨਾਲ ਪਿਆਰ ਕਰਨ ਦਾ ਯਤਨ ਕੀਤਾ ਹੈ। ਤੇ ਫਿਰ ਵੀ ਭੁੱਲਣਹਾਰ ਹਾਂ। ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ, ਭਾਈ ਸਾਹਿਬ ਭਾਈ ਜਗਤਰਨ ਸਿੰਘ ਜੀ, ਬਹੁਤ ਪਿਆਰ ਇਹਨਾਂ ਵੱਲੋਂ ਮਿਲਿਆ। ਸਾਡੇ ਅਤੀ ਸਤਿਕਾਰਯੋਗ ਮੈਨੇਜਰ ਸਾਹਿਬ ਭਾਈ ਸਾਹਿਬ ਭਾਈ ਗੁਰਬਚਨ ਸਿੰਘ ਜੀ, ਭਾਈ ਭਜਨ ਸਿੰਘ ਜੀ, ਬਹੁਤ ਸੋਹਣੀ ਉਹਨਾਂ ਡੀਲਿੰਗ ਕੀਤੀ। ਬਹੁਤ ਉਹਨਾਂ ਨੇ ਜਾਣਕਾਰੀ ਗੁਰੂ ਘਰ ਦੀ ਦੇ ਕੇ ਆਪ ਉਹਨਾਂ ਨੇ ਸਿੱਖਿਆ ਦਿੱਤੀ, ਆਪ ਸਭ ਕੁਝ ਸਮਝਾਇਆ। ਇੱਥੋਂ ਦੀਆਂ ਸੰਗਤਾਂ ਨੇ ਬਾਪੂ ਗੁਰਦਿਆਲ ਸਿੰਘ ਜੀ ਬੜੀ ਵੱਡੀ ਸੇਵਾ ਨਿਭਾਉਂਦੇ ਨੇ, ਕਥਾ ਦੇ ਨਾਲ ਬੜੇ ਪਿਆਰ ਵਾਲੇ ਨੇ, ਬੜੇ ਸੁਲਝੇ ਹੋਏ ਨੇ। ਸਾਰੇ ਲਾਂਗਰੀ ਸਾਹਿਬਾਨ, ਹੋਰ ਵੀ ਬੇਅੰਤ ਸੰਗਤਾਂ, ਬੜਾ ਪਿਆਰ ਉਹਨਾਂ ਨੇ ਬਖਸ਼ਿਸ਼ ਕੀਤਾ ਹੈ। ਤੇ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਮੇਰੇ ਪਾਤਸ਼ਾਹ ਨੇ ਸੰਗਤਾਂ ਦਾ ਪਿਆਰ ਬਖਸ਼ਿਸ਼ ਕਰਵਾਇਆ ਹੈ। ਗੁਰੂ ਘਰ ਦਾ ਪਿਆਰ, ਪ੍ਰਬੰਧਕਾਂ ਦਾ ਪਿਆਰ, ਸਾਰਿਆਂ ਵੱਲੋਂ ਬਹੁਤ ਵੱਡਾ ਪਿਆਰ ਮਿਲਿਆ। ਸੋ ਆਪ ਜੀਆਂ ਨੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਪ੍ਰਮਾਤਮਾ ਨੇ ਚਾਹਿਆ ਫਿਰ ਤੁਹਾਡੇ ਦਰਸ਼ਨ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਦੀ ਔਰ ਇੰਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਜੀ। 23 ਅਕਤੂਬਰ ਨੂੰ ਤੁਹਾਡੇ ਕੋਲੋਂ ਛੁੱਟੀ ਲੈ ਲੈਣੀ ਹੈ। ਆ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਢਾਡੀ ਗਿਆਨੀ ਇੰਦਰਜੀਤ ਸਿੰਘ ਜੀ ਵਜੂਹੇ ਵਾਲੇ, ਉਹਨਾਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ। ਆ ਉਹਨਾਂ ਪਾਸੋਂ ਆਪਾਂ ਗੁਰ ਇਤਿਹਾਸ ਢਾਡੀ ਵਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਆਓ ਆਖਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਆਪਾਂ ਫਤਿਹ ਦੀ ਸਾਂਝ ਕਰੀਏ ਜੀ। ਕਹਿਤ ਪਏ ਸਤਿਗੁਰ ਧੰਨ ਧੰਨ, ਕੀਨੋ ਹਮਰਾ ਸਫਲ ਜਨਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।